श्री वाहिगुरु साहिब जी। श्री नानक पुरुषोत्तम परम परावर नाथ, युगल चरण मम बंदना। धर पर धर कर माथ, गुरु नानक पाद पंकज बंदन, पाद पंकज बंदन। सिमरो अंगद दुख निकंदन। अमरदास गुर हृदय त्यावो, हृदय त्यावो। श्री गुरु रामदास गुण गावो। गुरु अर्जन विघ्नन के नासक, विघ्नन के नासक। श्री गुरु हर गोबिंद शुभ समत प्रकाशक। गुरु हर राय नमोकार जोरी, नमोकार जोरी। श्री हर कृष्ण मनाए बहोरी। तेग बहादुर परम कृपाला, परम कृपाला। श्री गुरु गोबिंद सिंह बिसाला। तरों तरा पर पुन पुन सीसा, पुन पुन सीसा। बंदों बार बार जगदीसा। जिसमें अमृत ज्ञान है माणक भगत बैराग। श्री गुरु ग्रंथ साहिब उदद बंदा कर अनुराग। श्री गुरु शब्द कमाए जन जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा आयस लेकर सुसा की, खान पान विद जोए। आपन अपनी मह करत, जिम रुच चित मह होए। आयस लेकर सुसा की। वाहिगुरु जी का खालसा, वाहिगुरु जी की फतेह। सच्चे पातशाह चवर छतर तख्त दे मालिक जागदी जोत धन साहिब श्री गुरु ग्रंथ साहिब जी महाराज हजूर दी परम किरपालता सदका सतसंगत दा पवित्र समा आपां नूं प्राप्त होया है।
ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸ੍ਰੀ ਗੁਰੂ ਜੀ ਸੁਲਤਾਨਪੁਰ ਦੀ ਧਰਤੀ ਨੂੰ ਭਾਗ ਲਾ ਰਹੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਦਿਨ ਸੁਲਤਾਨਪੁਰ ਰਹਿਣ ਤੋਂ ਉਪਰੰਤ ਭਾਈ ਅਜੈ ਰਾਮ ਜੀ ਦੇ ਤਾਈਂ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ ਤਾਈਂ ਆਖਿਆ ਕਿ ਅਸੀਂ ਕੋਈ ਕਾਰ ਕਰਨਾ ਚਾਹੁੰਦੇ ਹਾਂ। ਬੇਬੇ ਜੀ ਨੇ ਵੀ ਤੇ ਭਾਈ ਅਜੈ ਰਾਮ ਜੀ ਨੇ ਵੀ ਬੇਨਤੀ ਕੀਤੀ ਕਿ ਮਹਾਰਾਜ ਆਪ ਘਰ ਵਿੱਚ ਹੀ ਸਾਨੂੰ ਬੈਠੇ ਉਪਦੇਸ਼ ਬਖਸ਼ੋ, ਕਿਉਂ ਇਹਨਾਂ ਵਿਹਾਰਾਂ ਵਿੱਚ ਆਪ ਫਸਦੇ ਹੋ। ਤਾਂ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਕਿਰਤ ਕਰਕੇ ਜਿਹੜਾ ਕਿਸੇ ਲੋੜਵੰਦ ਨੂੰ ਦੇਣਾ ਹੈ, ਉਹਨੂੰ ਪ੍ਰਸ਼ਾਦਾ ਦੇਣਾ, ਪਹਿਨਣ ਨੂੰ ਵਸਤਰ ਦੇਣਾ, ਇਹ ਵੀ ਜੀਵ ਨੂੰ ਕਲਿਆਣ ਪ੍ਰਦਾਨ ਕਰਦਾ ਏ ਤੇ ਪਰਮਾਰਥ ਦਾ ਰਸਤਾ ਜਿਹੜਾ ਜੀਵ ਨੂੰ ਫਿਰ ਸੋਝੀ ਪੈਂਦੀ ਹੈ। ਇਹ ਜ਼ਰੂਰੀ ਹੈ। ਸੱਚੇ ਪਾਤਸ਼ਾਹ ਜੀ ਦੀ ਰਜਾ ਜਾਣ ਕੇ ਭਾਈ ਅਜੈ ਰਾਮ ਜੀ ਨੇ ਦੌਲਤ ਖਾਂ ਦਾ ਮੋਦੀ ਖਾਨਾ ਦਵਾ ਦਿੱਤਾ ਏ। ਸੱਚੇ ਪਾਤਸ਼ਾਹ ਜੀ ਜਿਹੜਾ ਮੋਦੀ ਖਾਨਾ ਏ, ਜਿੱਥੇ ਅੱਜ ਗੁਰਦੁਆਰਾ ਹੱਟ ਸਾਹਿਬ ਹੈ, ਇੱਥੇ ਸਤਿਗੁਰਾਂ ਜੀ ਨੇ ਜਿਹੜਾ ਹੈ ਆਪਣੀ ਰਿਹਾਇਸ਼ ਰੱਖ ਲਈ ਹੈ। ਲੰਗਰ ਪ੍ਰਸ਼ਾਦ ਸਤਿਗੁਰੂ ਜੀ ਇੱਥੇ ਹੀ ਆਪਣੀ ਰੁਚੀ ਮੁਤਾਬਕ ਸੱਚੇ ਪਾਤਸ਼ਾਹ ਜੀ ਛਕਦੇ ਹੈ। ਇੱਥੋਂ ਤੱਕ ਕਥਾ ਆਈ ਸੀਗੀ। ਜਿਵੇਂ ਅੱਗੇ ਕਥਾ ਆ ਰਹੀ ਹੈ ਸੱਚੇ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦੀ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਇਸ ਲੈ ਕਰ ਸੁਸਾ ਕੀ। ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਦੀ ਆਗਿਆ ਲੈ ਕਰਕੇ ਖਾਨ ਪਾਨ ਵਿਦ ਜੋਏ। ਜੋ ਲੰਗਰ ਪ੍ਰਸ਼ਾਦ ਦੇ ਛਕਣ ਛਕਾਉਣ ਦੀ ਵਿਧੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਸਾਰਾ ਹੀ ਲੰਗਰ ਆਦਿਕ ਆਪਨ ਆਪਣੀ ਮਹਿ ਕਰਤ। ਆਪਣੀ ਉਸ ਹੱਟ ਦੇ ਵਿੱਚ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਵਿੱਚ ਹੀ ਗਰੀਬ ਨਵਾਜ ਕਰਦੇ ਆ। ਜਿਮ ਰੁਚ ਚਿਤ ਮਹਿ ਹੋਏ। ਜਿਵੇਂ ਚਿੱਤ ਵਿੱਚ ਰੁਚੀ ਹੁੰਦੀ ਹੈ, ਜਿਵੇਂ ਮਹਾਰਾਜ ਦੀ ਇੱਛਾ ਹੁੰਦੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੋਦੀ ਖਾਨੇ ਦੇ ਅੰਦਰ ਹੀ ਲੰਗਰ ਆਦਿਕ ਛਕਣ ਦਾ ਸਤਿਗੁਰਾਂ ਜੀ ਨੇ ਪ੍ਰਬੰਧ ਕਰ ਲਿਆ ਏ। ਕਬਿਤ ਆਵਤ ਹਜ਼ਾਰ ਮੋਦੀ ਖਾਨੇ ਕੀ ਚਲਾਏ ਕਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮੋਦੀ ਖਾਨੇ ਦਾ ਕੰਮ ਚਲਾਉਣ ਲੱਗੇ ਐ, ਹਜ਼ਾਰਾਂ ਲੋਕ ਇਕੱਠੇ ਹੋ ਕੇ ਆਉਣ ਲੱਗ ਪਏ। ਲੇਤ ਜੋ ਆਏ ਸੋ ਜਾਏ ਹੁਲਸਾਈ ਕੈ। ਜਿਹੜਾ ਇੱਕ ਵਾਰੀ ਸੌਦਾ ਲੈਣ ਵਾਸਤੇ ਆਉਂਦਾ ਹੈ, ਉਹ ਖੁਸ਼ ਹੋ ਕਰਕੇ ਸੱਚੇ ਪਾਤਸ਼ਾਹ ਜੀ ਦੇ ਮੋਦੀ ਖਾਨੇ ਤੋਂ ਜਾਂਦਾ ਏ। ਗੋਦਮ ਕੋ ਚੂਨ ਮਾਖ ਚਾਰ ਲਾਉਣ ਕ੍ਰਿਤ ਬਹੁ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਥੇ ਕਣਕ ਦਾ ਆਟਾ ਰੱਖਿਆ ਹੈ ਤੇ ਇਸ ਪ੍ਰਕਾਰ ਗੋਦਮ ਕੋ ਚੂਨ। ਗੋਦਮ ਕੋ ਚੂਨ ਹਾਂਜੀ ਆਟਾ ਮਾਖਦਾਰ ਤੇ ਮਾਹਾਂ ਦੀ ਦਾਲ ਜਿਹੜੀ ਹੈ ਉਹ ਰੱਖੀ ਹੈ। ਲਾਉਣ ਤੇ ਲੂਣ ਰੱਖਿਆ ਹੈ। ਕ੍ਰਿਤ ਬਹੁ ਤੇ ਬਹੁਤ ਜ਼ਿਆਦਾ ਇਉਂ ਦੇਸੀ ਘਿਓ ਵੀ ਸੱਚੇ ਪਾਤਸ਼ਾਹ ਜੀ ਨੇ ਮੋਦੀ ਖਾਨੇ ਦੇ ਅੰਦਰ ਰੱਖਿਆ ਏ। ਹਰਦੀ ਮਰਚ ਦੋ ਤੇ ਹਲਦੀ ਤੇ ਮਿਰਚਾਂ ਇਹ ਦੋਵੇਂ ਹੀ ਧਰੇ ਹੈ ਮੰਗਾਏ ਕੈ। ਇਹ ਵੀ ਮੰਗਾ ਕੇ ਸੱਚੇ ਪਾਤਸ਼ਾਹ ਜੀ ਨੇ
ਧਰਨੀਆਂ ਕੀਤੀਆਂ ਨੇ ਮੋਦੀ ਖਾਨੇ ਵਿੱਚ। ਫਾਨ ਧੀਸੇ ਤੋ ਪਲ ਤੇ ਇਸ ਪ੍ਰਕਾਰ ਮਿਸ਼ਰੀ ਤੇ ਸਿਤੋ ਪਲ ਪਤਾਸੇ ਜੋ ਹਨ। ਸਿਤਾ ਸੋ ਗੁੜ ਆਦ ਜੋ ਤੇ ਸਿਤਾ ਖੰਡ ਤੇ ਗੁੜ ਆਦਿਕ ਜੋ ਹੈ। ਚਣਕ ਜਵਨ ਕੇ ਅੰਬਾਰ ਰਾਖੇ ਲਾਇਕੈ ਤੇ ਚਣਿਆਂ ਦੇ ਭਾਵ ਛੋਲਿਆਂ ਦੇ ਤੇ ਜੌਆਂ ਦੇ ਅੰਬਾਰ ਲਾ ਲਾ ਕੇ ਮਹਾਰਾਜ ਜੀ ਨੇ ਰੱਖੇ ਹਨ। ਹੋਤ ਭੀੜ ਭਾਰੀ ਲੇਨ ਹਾਰ ਨਹਿ ਪਾਏ ਵਾਰੀ। ਬਹੁਤ ਭਾਰੀ ਭੀੜ ਹੁੰਦੀ ਹੈ, ਜਿਹੜੇ ਲੈਣ ਵਾਲੇ ਆਉਂਦੇ ਆ ਸੌਦਾ ਉਹਨਾਂ ਨੂੰ ਵਾਰੀ ਨਹੀਂ ਆਉਂਦੀ। ਇੰਨਾ ਜ਼ਿਆਦਾ ਜਿਹੜਾ ਇਕੱਠ ਹੁੰਦਾ ਹੈ ਸੌਦਾ ਲੈਣ ਵਾਲਿਆਂ ਦਾ। ਦੇਤ ਭੁੰਨ ਸਾਰੀ ਤੇ ਪ੍ਰਦੋਖ ਲਓ ਗਿਣਾਈ ਕੈ। ਸੱਚੇ ਪਾਤਸ਼ਾਹ ਜੀ ਇਉਂ ਗਿਣ ਗਿਣ ਕੇ ਸੌਦਾ ਮਹਾਰਾਜ ਦਿੰਦੇ ਐ। ਸਵੇਰ ਤੋਂ ਲੈ ਕੇ ਆਥਣ ਤੱਕ ਸੱਚੇ ਪਾਤਸ਼ਾਹ ਜੀ ਮੋਦੀ ਦੀ ਕਾਰ ਕਰਦੇ ਝੋਲੀਆਂ ਭਰ ਦਿੰਦੇ ਹਨ। ਸਵਈਆ ਯਾ ਬਿਦ ਦੇਖ ਬਸੇਖ ਆਨੰਦਤ। ਇਸ ਤਰੀਕੇ ਨਾਲ ਵੇਖ ਕਰਕੇ ਨਾ ਬਹੁਤ ਖੁਸ਼ ਹੋਏ ਐ ਭਾਈ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ। ਦੰਪਤ ਸੰਪਤ ਪੂਰ ਭਏ ਤੇ ਇਹ ਦੰਪਤ ਪਤੀ ਸਤੀ ਭਾਵ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਗੁਰੂ ਸਾਹਿਬ ਦੇ ਕੋਲ ਬਹੁਤਾ ਧਨ ਹੋਇਆ ਤੇ ਵੇਖ ਕਰਕੇ ਬਹੁਤ ਪ੍ਰਸੰਨ ਹੋਏ ਹਨ। ਨਾਨਕੀ ਬੈਨ ਕਹਿ ਪਤ ਸੋ ਤੇ ਬੇਬੇ ਨਾਨਕੀ ਜੀ ਆਪਣੇ ਪਤੀ ਭਾਈ ਜੈ ਰਾਮ ਜੀ ਦੇ ਤਾਈ ਇਉਂ ਕਹਿੰਦੇ ਹਨ। ਅਬ ਭਰਾਤ ਰੱਖੈ ਤਨ ਵਿਆਹ ਕਏ ਤੇ ਹੁਣ ਮੇਰਾ ਜੋ ਭਰਾ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਜਦੋਂ ਵਿਆਹ ਕਾਰਜ ਹੋ ਜਾਵੇਗਾ ਹੁਣ ਇਹ ਧਨ ਜਿਹੜਾ ਉਹ ਰੱਖ ਲੈਣਗੇ ਇਉਂ ਪ੍ਰਤੀਤ ਹੁੰਦਾ ਏ। ਟੋਰਹ ਕੋ ਘਰ ਚਾਹੇ ਰੱਖੋ ਔਰ ਆਪਣੇ ਹਿਰਦੇ ਵਿੱਚ ਹੁਣ ਤੁਸੀਂ ਇੱਛਾ ਰੱਖੋ ਤੇ ਕੋਈ ਘਰ ਜਿਹੜਾ ਨਾ ਰਿਸ਼ਤਾ ਉਹ ਟੋਲਣਾ ਕਰੋ। ਹੋਏ ਬਰੋਬਰ ਜੋ ਮਿਲੇ ਤੇ ਜੋ ਸਾਡੇ ਇਉਂ ਬਰਾਬਰ ਹੋਵੇ ਤੇ ਮਿਲੇ ਇਹੋ ਜਿਹਾ ਰਿਸ਼ਤਾ ਤੇ ਫਿਰ ਉੱਥੇ ਨਾਤਾ ਜਿਹੜਾ ਕਰਨਾ ਕਰੀਏ। ਹੁਣ ਹਿਰਦੇ ਵਿੱਚ ਤੁਸੀਂ ਇਸ ਗੱਲ ਦੀ ਚਾਹ ਇੱਛਾ ਰੱਖਿਓ, ਖਿਆਲ ਰੱਖਣਾ ਕਰਿਓ। ਕਾਲੂ ਪਿਤਾ ਹਰਖੈ ਸਭ ਭਾਂਤਨ ਤੇ ਇਉਂ ਪਿਤਾ ਬਾਬਾ ਕਾਲੂ ਜੀ ਵੀ ਬੇਬੇ ਨਾਨਕੀ ਜੀ ਕਹਿੰਦੇ ਹਰ ਤਰੀਕੇ ਨਾਲ ਹੁਣ ਖੁਸ਼ ਹੋ ਜਾਣਗੇ। ਤਾਂ ਮਨ ਚਾਹੇ ਭੀ ਇਹਾਂ ਆਏ ਤੇ ਉਹਨਾਂ ਦੇ ਮਨ ਦੀ ਵੀ ਇੱਛਾ ਸੀਗੀ ਕਿ ਇੱਥੇ ਸੁਲਤਾਨਪੁਰ ਆਇਆਂ ਤੇ ਹੀ ਕੋਈ ਜਿਹੜਾ ਹੈ ਨਾਤਾ ਹੋਵੇ, ਰਿਸ਼ਤਾ ਲੱਭ ਜਾਵੇ। ਦੋਹਰਾ ਸੁਨ ਬੋਲਿਓ ਜੈ ਰਾਮ ਤਬ ਸੁਣ ਕਰਕੇ ਭਾਈ ਜੈ ਰਾਮ ਜੀ ਤੇ ਸਮੇਂ ਬੋਲੇ ਆ ਕਰਨ ਲੱਗੇ ਹੈ ਕਾਰ। ਕਹਿਣ ਲੱਗੇ ਕਿ ਹੁਣ ਤਾਂ ਮਹਾਰਾਜ ਸੋਹਣਾ ਕਾਰ ਜਿਹੜਾ ਹੈ ਨਾ ਕਿਰਤ ਮੋਦੀ ਦੀ ਉਹ ਕਰਨ ਲੱਗ ਗਏ ਨੇ। ਕੋ ਖੱਤਰੀ ਅਬ ਦੇਖ ਕੇ ਹੁਣ ਕੋਈ ਖੱਤਰੀ ਘਰਾਣਾ ਜਿਹੜਾ ਹੈ ਇਸ ਤਰ੍ਹਾਂ ਨੂੰ ਕਿਰਤ ਕਰਦਿਆਂ ਹੋਇਆਂ ਨੂੰ ਵੇਖ ਕਰਕੇ ਕਰ ਹੈ ਵਿਆਹ ਵਿਚਾਰ। ਵਿਆਹ ਦਾ ਵਿਚਾਰ ਜਿਹੜਾ ਹੈ ਉਹ ਕਰੇਗਾ। ਕਬਿਤ ਅੰਗਦ ਜੀ ਗਤ ਦੈਨ ਸੁਨੋ ਇਕ ਰੈਨ ਵਿਖੇ। ਤਦੋਂ ਭਾਈ ਬਾਲਾ ਜੀ ਕਹਿੰਦੇ ਹੈ ਮੁਕਤੀ ਦਾਤਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਣੋ ਗਰੀਬ ਨਵਾਜ। ਜਦੋਂ ਇਉਂ ਮਹਾਰਾਜ ਮੋਦੀ ਦੀ ਕਾਰ ਕਰਨ ਲੱਗ ਗਏ ਬਹੁਤ ਮਹਾਰਾਜ ਦੇ ਵੱਡੇ ਭੈਣ ਜੀ ਭਾਈ ਜੈ ਰਾਮ ਜੀ ਬਹੁਤ ਖੁਸ਼ ਹੋਏ ਤੇ ਇੱਕ ਰਾਤ ਨੂੰ ਫਿਰ ਹੱਟ ਸਾਹਿਬ ਦੇ ਅੰਦਰ ਹੀ ਉੱਥੇ ਮੋਦੀ ਖਾਨੇ ਦੇ ਅੰਦਰ ਭਾਈ ਬਾਲਾ ਜੀ ਕਹਿੰਦੇ ਫਿਰ ਇਉਂ ਮੈਂ ਬੇਨਤੀ ਗੁਰੂ ਸਾਹਿਬ ਜੀ ਨੂੰ ਕੀਤੀ ਫਿਰ ਪੜੋ। ਅੰਗਦ ਜੀ ਗਤ ਦੈਨ ਸੁਨੋ ਇਕ ਰੈਨ ਵਿਖੇ। ਇੱਕ ਰਾਤ ਦੇ ਵਿੱਚ ਭਾਵ ਇੱਕ ਰਾਤ ਨੂੰ हे ਸੱਚੇ ਪਾਤਸ਼ਾਹ ਮੁਕਤੀ ਦਾਤਾ ਗੁਰੂ ਅੰਗਦ ਸਾਹਿਬ ਜੀ ਸੁਣਨਾ ਕਰੋ। ਐਸੇ ਮੈਂ ਉਚਰੇ ਬੈਨ ਵਿਦਾ ਮੋਹਿ ਦੀਜੀਏ। ਮੈਂ ਫਿਰ ਇਸ ਤਰ੍ਹਾਂ ਬੇਨਤੀ ਕੀਤੀ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਹੁਣ ਮੈਨੂੰ ਵਧਾਈਗੀ ਦੇਣਾ ਕਰੋ, ਮੈਨੂੰ ਆਗਿਆ ਕਰੋ। ਧਾਮ ਹਮ ਜਾਏ ਕੈ ਕਿਰਸਾਨੀ ਕੋ ਕਮਾਏ ਖਾਏ। ਮਹਾਰਾਜ ਮੈਂ ਵੀ ਹੁਣ ਘਰ ਜਾਵਾਂ ਤੇ ਖੇਤੀਬਾੜੀ ਕਰਕੇ ਤੇ ਕਮਾ ਕੇ ਫਿਰ ਕੁਝ ਖਾਣਾ ਕਰਾਂ। ਕਰੈ ਕਿਰਤ ਆਪਣੀ ਕੋ ਆਹੀ ਤੇ ਸੋਹੀ ਜੀਏ। ਇਹੋ ਗੱਲ ਸੋਭਾ ਪਾਉਂਦੀ ਹੈ ਕਿ ਆਪਣੀ ਕਿਰਤ ਕਰਨਾ ਕਰੀਏ ਜਾ ਕਰਕੇ ਮੈਂ ਵੀ ਖੇਤੀਬਾੜੀ ਦੀ ਸਾਰ ਲਵਾਂ ਤੇ ਮਹਾਰਾਜ ਇਹੋ ਗੱਲ ਜਿਹੜੀ ਹੈ ਸੰਸਾਰ ਵਿੱਚ ਸੋਭਾ ਪਾਉਂਦੀ ਹੈ ਕਿ ਕਿਰਤ ਕਰਕੇ ਹੀ
ਜਿਹੜਾ ਹੈ ਉਹ ਨਿਰਵਾਹ ਕਰਨਾ ਚਾਹੀਦਾ ਏ। ਕੋਮਲ ਕਪੋਲ ਪਰ ਕੁੰਡਲ ਹਲਤ ਬੋਲੇ। ਕਹਿੰਦੇ ਗੁਰੂ ਸਾਹਿਬ ਜੀ ਜਦੋਂ ਆਪਣੇ ਸ਼੍ਰੀ ਮੁਖ ਤੋਂ ਬੋਲੇ ਮੇਰੀ ਬੇਨਤੀ ਸੁਣ ਕਰਕੇ, ਤੇ ਮਹਾਰਾਜ ਜੀ ਦੀਆਂ ਗੱਲਾਂ ਦੇ ਉੱਤੇ ਬੜੇ ਸੁੰਦਰ ਕੁੰਡਲ ਜਿਹੜੇ ਸੀ ਉਹ ਡੋਲ ਰਹੇ, ਭਾਵ ਲਟਕ ਰਹੇ ਆ। ਮਾਨੋ ਚੰਦ ਮੰਡਲ ਮੈਂ ਮੀਨ ਦੋ ਫਕੀਜੀਏ। ਇਉਂ ਲੱਗਦਾ ਸੀ ਜਿਵੇਂ ਚੰਦਰਮਾ ਦਾ ਮੰਡਲ ਆਕਾਰ ਹੈ ਸ਼੍ਰੀ ਗੁਰੂ ਜੀ ਦਾ ਮੁਖ, ਤੇ ਇਹ ਜੋ ਕੁੰਡਲ ਹਨ ਇਹ ਮੱਛੀ ਦੀ ਤਰ੍ਹਾਂ ਹੀ, ਵੱਡਿਆਂ ਦੋਵਾਂ ਮੱਛਾਂ ਦੀ ਤਰ੍ਹਾਂ ਹੀ ਦਿਖ ਰਹੇ ਹਨ। ਬਾਲੇ ਗੁਜਾਰਨ ਕਰ ਹਿਰਦੈ ਕਰਤਾਰ ਧਰ। ਇਸ ਸਮੇਂ ਭਾਈ ਬਾਲਾ ਜੀ ਦੇ ਤਾਈਂ ਸ਼੍ਰੀ ਗੁਰੂ ਜੀ ਕਹਿੰਦੇ ਆ, ਫਿਰ ਪੜੋ। ਬਾਲੇ ਗੁਜਾਰਨ ਕਰ ਹਿਰਦੈ, ਗੁਜਾਰਨ ਕਿ ਪਾਠ ਕੀ ਹੈ ਵੇਖ ਕੇ ਪੜੋ। ਬਾਲੇ ਗੁਜਰਾਨ ਕਰ ਹਿਰਦੈ ਕਰਤਾਰ ਧਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਲਾ ਜੀ ਤੁਸੀਂ ਹਿਰਦੇ ਵਿੱਚ ਆਪਣੀ ਗੁਜਰਾਨ ਜਿਹੜੀ ਹੈ ਉਹ ਕਰਨਾ ਚਾਹੁੰਦੇ ਹੋ, ਕਿਰਤ ਕਰਕੇ ਹਿਰਦੇ ਵਿੱਚ ਕਰਤਾਰ ਨੂੰ ਚੇਤੇ ਕਰੋ, ਖਿਆਲ ਨਾਲ ਵੇਖ ਕੇ ਪੜੋ। ਬਾਲੇ ਗੁਜਰਾਨ ਕਰ ਹਿਰਦੈ ਕਰਤਾਰ ਧਰ। ਹਿਰਦੇ ਵਿੱਚ ਕਰਤਾਰ ਨੂੰ ਚੇਤੇ ਕਰੋ। ਤੁਸੀਂ ਗੁਜਰਾਨ ਜਿਹੜੀ ਆ ਆਪਣੀ ਉਹਦੇ ਬਾਰੇ ਖਿਆਲ ਕਰ ਰਹੇ ਹੋ, ਸੋਚ ਰਹੇ ਹੋ। ਕੈਸੇ ਤੂੰ ਉਦਾਸ ਔਰ ਭੇਦ ਸੋ ਭਨੀਜੀਏ। ਇਸ ਤਰ੍ਹਾਂ ਭਾਈ ਬਾਲਾ ਜੀ ਤੂੰ ਉਦਾਸ ਹੋਇਆ ਆਪਣੇ ਹਿਰਦੇ ਵਿੱਚ, ਇਹ ਭੇਦ ਜਿਹੜਾ ਸਾਨੂੰ ਉਹ ਤੂੰ ਦੱਸਣਾ ਕਰ। ਸਵਈਆ ਐਸੇ ਨਾ ਜਾਣ ਸੋ ਜਾਣ ਹਿਰਦੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਹੇ ਸੁਜਾਨ ਸਿਆਣੇ ਭਾਈ ਬਾਲਾ, ਇਸ ਤਰ੍ਹਾਂ ਨਾ ਆਪਣੇ ਮਨ ਵਿੱਚ ਜਾਣਨਾ ਕਰ। ਕਿਉਂਕਿ ਭਾਈ ਬਾਲਾ ਜੀ ਕਹਿੰਦੇ ਮੈਂ ਸੋਚਿਆ ਕਿ ਹੁਣ ਮਹਾਰਾਜ ਮੋਦੀ ਦੀ ਕਾਰ ਕਰਨ ਲੱਗ ਗਏ ਐ, ਤੇ ਮੈਂ ਵੀ ਖੇਤੀਬਾੜੀ ਆਪਣੀ ਜਾ ਕਰਕੇ ਕਰਾਂ, ਮੈਂ ਵੀ ਆਪਣਾ ਕੰਮਕਾਰ ਸੰਭਾਲਾਂ। ਇਹ ਫੁਰਨਾ ਲੈ ਕੇ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਮੈਂ ਇੱਕ ਰਾਤ ਬੇਨਤੀ ਕੀਤੀ, ਤੇ ਮੇਰੀ ਬੇਨਤੀ ਸੁਣ ਕੇ ਫਿਰ ਸਤਿਗੁਰੂ ਜੀ ਕਹਿੰਦੇ ਐ ਸਾਡੀ ਗੁਜਰਾਨ ਤਾਂ ਕਰਤਾਰ ਦਾ ਨਾਮ ਹੀ ਹੈ, ਇਸ ਕਰਕੇ ਕਰਤਾਰ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ। ਮਹਾਰਾਜ ਨੇ ਕਿਹਾ ਕਿ ਜੋ ਮਨ ਦੀ ਗੱਲ ਹੈ, ਕਿਉਂ ਉਦਾਸ ਹੋਇਆ ਭਾਈ ਬਾਲਾ, ਸਾਨੂੰ ਕਹਿਣਾ ਕਰ। ਸਤਿਗੁਰੂ ਜੀ ਉਹ ਮਨ ਦੀ ਹੀ ਮੇਰੀ ਹਾਲਤ ਜਾਣ ਕਰਕੇ ਨਾ, ਤੇ ਸਮੇਂ ਮਹਾਰਾਜ ਇਉਂ ਕਹਿਣ ਲੱਗੇ, ਐਸੇ ਨਾ ਜਾਣ ਸੋ ਜਾਣ ਹਿਰਦੈ। ਹੇ ਸੁਜਾਨ ਸਿਆਣੇ ਭਾਈ ਬਾਲਾ, ਇਸ ਤਰ੍ਹਾਂ ਨਾ ਹਿਰਦੇ ਵਿੱਚ ਸਮਝਣਾ ਕਰ, ਜਾਣਨਾ ਕਰ। ਕ੍ਰਿਤ ਮੋਦੀ ਲਈ ਧਨ ਧਾਮ ਸੰਚਾਰੇ। ਕਿ ਅਸੀਂ ਮੋਦੀ ਦਾ ਕੰਮ ਲੈ ਲਿਆ ਹੈ, ਤੇ ਜਿਹੜਾ ਹੈ ਘਰ ਦੇ ਵਿੱਚ ਬਾਹਲਾ ਜ਼ਿਆਦਾ ਧਨ ਇਕੱਠਾ ਕਰਨ ਵਾਸਤੇ ਜਿਵੇਂ ਅਸੀਂ ਕਿਰਤ ਕਰਨ ਲੱਗ ਗਏ ਹਾਂ। ਕੇਤਕ ਬਾਸੁਰ ਕਾਲ ਬਿਤਾਵਤ। ਮਹਾਰਾਜ ਕਹਿੰਦੇ ਕਿੰਨੇ ਕੁ ਦਿਨ ਸਮਾਂ ਹੀ ਇੱਥੇ ਅਸੀਂ ਬਤੀਤ ਕਰ ਰਹੇ ਹਾਂ। ਹੈ ਕਿਹ ਕਾਮ ਜੋ ਕਾਰ ਹਮਾਰੇ। ਮਹਾਰਾਜ ਕਹਿੰਦੇ ਨੇ ਕਿਸੇ ਜਿਹੜਾ ਹੋਰ ਕੰਮ ਵਾਸਤੇ ਅਸੀਂ ਆਏ ਆ, ਜਿਹੜੀ ਸਾਡੀ ਕਾਰ ਹੈ ਨਾ ਉਹ ਕਿਸੇ ਹੋਰ ਕੰਮ ਵਾਸਤੇ ਹੈ। ਜੋ ਕਰਨੀ ਕ੍ਰਿਤ ਸੋ ਕਰ ਹੈ। ਜਿਹੜੀ ਕਰਨੀ ਹੈ ਨਾ ਅਸੀਂ ਕਿਰਤ ਉਹੋ ਹੀ ਕਰਾਂਗੇ। ਜਬ ਆਨ ਚਲੇ ਤੁਜਲੇ ਸੰਗਾਰੇ। ਜਦੋਂ ਹੋਰ ਥਾਂ ਕਿਤੇ ਚੱਲਾਂਗੇ ਨਾ ਇੱਥੋਂ, ਤੇ ਭਾਈ ਬਾਲਾ ਤੈਨੂੰ ਨਾਲ ਲੈ ਚੱਲਾਂਗੇ। ਹਵੈ ਗੁਜਰਾਨ ਹਮਾਰ ਤੁਮਾਰ। ਤੇ ਸਾਡਾ ਤੇ ਤੇਰਾ ਗੁਜ਼ਾਰਾ ਜਿਹੜਾ ਹੁਣ ਇਕੱਠਾ ਹੀ ਹੋਵੇ। ਮਿਲੇ ਕਰੀਏ ਇਹ ਕਾਰ ਪਿਆਰੇ। ਇਹ ਪਿਆਰੇ ਭਾਈ ਬਾਲਾ, ਮਿਲ ਕਰਕੇ ਹੁਣ ਇਹ ਹੱਟ ਦੀ ਕਾਰ ਹੀ ਕਰਨਾ ਕਰੀਏ। ਦੋਹਰਾ ਅਸ ਕਹਿ ਮਮ ਮਨ ਕਰਖਲੇ। ਇਸ ਤਰ੍ਹਾਂ ਕਹਿ ਕੇ ਭਾਈ ਬਾਲਾ ਜੀ ਕਹਿੰਦੇ ਸ੍ਰੀ ਗੁਰੂ ਜੀ ਨੇ ਮੇਰੇ ਮਨ ਨੂੰ ਖਿੱਚ ਲੈਣਾ ਕੀਤਾ। ਨਿਕਟ ਰਖਨ ਕੇ ਹੇਤ। ਆਪਣੇ ਕੋਲ ਰੱਖਣ ਵਾਸਤੇ। ਤਜ ਨਾ ਸਕਾਉ ਦਰਸ਼ਨ ਸਫਲ। ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੀ ਏਡਾ ਸਹਿਤ ਫਲ ਦੇ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਛੱਡ ਨਹੀਂ ਸੀ ਸਕਦਾ। ਸ੍ਰੀ ਬੇਦੀ ਕੁਲ ਕੇਤ। ਸ੍ਰੀ ਸ਼੍ਰੋਮਣੀ ਬੇਦੀਆਂ ਦੇ ਕੁਲ ਦੇ ਕੇਤ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ। ਐਸਾ ਦਰਸ਼ਨ ਹੈ ਜਿਹੜਾ ਸਫਲ ਦਰਸ਼ਨ ਹੈ, ਭਾਵ ਸਹਿਤ ਫਲ ਦੇ ਦਰਸ਼ਨ ਹੈ। ਸੋਰਠਾ ਮੈਂ ਬੋਲਿਓ ਕਰ ਬੰਦ। ਦੋਵੇਂ ਹੱਥ ਜੋੜ ਕਰਕੇ ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਬੇਨਤੀ ਕੀਤੀ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ। ਤੁਮ ਰਜਾਏ ਮਾਨੋ ਸਦਾ। ਸੱਚੇ ਪਾਤਸ਼ਾਹ ਮੈਂ ਤਾਂ ਸਦਾ ਹੀ ਆਪ ਜੀ ਦੀ ਆਗਿਆ ਨੂੰ ਮੰਨਾਂਗਾ। ਇਹ ਵਰ ਦੇਹੁ ਮੁਕੰਦ। ਇਹ ਮੁਕਤੀ ਦਾਤਾ ਮੈਨੂੰ ਇਹ ਵਰ ਦਿਓ ਕਿ ਮੈਂ ਸਦਾ ਹੀ ਆਪ ਜੀ ਦੀ ਆਗਿਆ ਦਾ ਪਾਲਣ ਕਰਾਂ, ਆਪ ਜੀ ਦੀ ਆਗਿਆ ਵਿੱਚ ਚੱਲਣਾ ਕਰਾਂ। ਭੂਲ
ਨਾ ਪ੍ਰਤਕੂਲੋ ਕਦਾ। ਕਦੇ ਭੁੱਲ ਕੇ ਵੀ ਆਪ ਜੀ ਤੋਂ ਉਲਟ ਨਾ ਸੱਚੇ ਪਾਤਸ਼ਾਹ ਮੈਂ ਚੱਲਣਾ ਕਰਾਂ। ਬਾਲੇ ਤੂੰ ਮਮ ਮਿੱਤਰ। ਸ੍ਰੀ ਗੁਰੂ ਜੀ ਵਡਿਆਈ ਦਿੰਦੇ ਹੋਏ ਕਹਿੰਦੇ ਭਾਈ ਬਾਲਾ ਤੂੰ ਮੇਰਾ ਮਿੱਤਰ ਹੈ। ਸਤ ਵਿਖੈ ਨਿਤ ਮਤ ਦ੍ਰਿੜੈ। ਤੇ ਆਪਣੀ ਮਤ ਨੂੰ ਸਦਾ ਹੀ ਸੱਚੇ ਨਾਮ ਦੇ ਅੰਦਰ ਦ੍ਰਿੜ ਕਰਨਾ ਕਰ। ਭਾਵ ਮਹਾਰਾਜ ਜੀ ਨੇ ਅਸ਼ੀਰਵਾਦ ਹੀ ਦਿੱਤਾ ਕਿ ਤੇਰੀ ਮਤ ਦੇ ਅੰਦਰ ਸੱਚਾ ਨਾਮ ਸਦਾ ਲਈ ਦ੍ਰਿੜ ਹੋ ਜਾਵੇ। ਇਹ ਬਚ ਰੱਖੋ ਚਿੱਤ। ਇਹ ਸਾਡਾ ਬਚਨ ਜਿਹੜਾ ਆਪਣੇ ਚਿੱਤ ਵਿੱਚ ਸਦਾ ਹੀ ਰੱਖਣਾ ਕਰ। ਜਨਮ ਮਰਨ ਤੇ ਮੁਕਤ ਹਵੈ। ਫਿਰ ਜੰਮਣ ਮਰਨ ਤੋਂ ਭਾਈ ਬਾਲਾ ਮੁਕਤ ਹੋ ਜਾਵੇਂਗਾ। ਅਸ ਸੁਨ ਪਦ ਅਰਬਿੰਦ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਮੈਂ ਬੰਦੇ ਕਰ ਬੰਦ ਦੋ। ਮੈਂ ਦੋਵੇਂ ਹੱਥ ਜੋੜ ਕਰਕੇ ਮੱਥਾ ਟੇਕਿਆ, ਨਮਸਕਾਰ ਕੀਤੀ ਮਹਾਰਾਜ ਜੀ ਦੇ ਚਰਨਾਂ ਉੱਪਰ। ਕਹੈ ਜੋ ਕ੍ਰਿਤ ਬਖਸ਼ਿੰਦ। ਹੇ ਬਖਸ਼ਿੰਦ ਦਾਤਾ ਸਤਿਗੁਰੂ ਜੀ, ਜੋ ਆਪ ਜੀ ਕਰਨ ਨੂੰ ਕਹੋਗੇ ਮੈਨੂੰ ਕੰਮ ਕਰਨ ਲੱਗਿਓ ਪੁਨਕਾਰ ਸੋ। ਮੈਂ ਉਹੀ ਕਾਰਜ ਮਹਾਰਾਜ ਕਰਾਂਗਾ ਜੋ ਬਖਸ਼ਿੰਦ ਸਤਿਗੁਰੂ ਜੀ ਮੈਨੂੰ ਕਹਿੰਦੇ। ਭਾਈ ਬਾਲਾ ਜੀ ਕਹਿੰਦੇ ਉਸੇ ਤਰ੍ਹਾਂ ਹੀ ਫਿਰ ਮੈਂ ਕੰਮ ਕਰਨ ਲੱਗ ਗਿਆ। ਅਪਰ ਥਾਨ ਤੇ ਆਣ। ਹੋਰ ਥਾਂ ਤੋਂ ਲਿਆ ਕਰਕੇ ਸੌਦਾ। ਸੌਦਾ ਆਪਨ ਮੈਂ ਧਰੋ। ਤੇ ਸੌਦਾ ਹੱਟ ਦੇ ਵਿੱਚ ਲਿਆ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਂ ਧਰਦਾ। ਆਪਨ ਕਿਦੋ ਨਿਧਾਨ। ਉਹ ਹੱਟ ਕੀ ਸੀ? ਉਹ ਤਾਂ ਵੱਡਾ ਖਜ਼ਾਨਾ ਹੀ ਬਣ ਗਿਆ, ਵੱਡਾ ਭੰਡਾਰ ਹੀ ਬਣ ਗਿਆ। ਹੋਤ ਅਟੁੱਟ ਹੈ ਵਸਤ ਸਭ। ਸਾਰੀਆਂ ਵਸਤੂਆਂ ਅਟੁੱਟ ਹੋ ਗਈਆਂ। ਉਹ ਹੱਟ ਕੀ ਸੀ ਕਿ ਜਾਂ ਵੱਡਾ ਭੰਡਾਰਾ ਹੀ ਸੀਗਾ। ਇਸ ਤਰ੍ਹਾਂ ਬਹੁਤ ਜ਼ਿਆਦਾ ਭਾਰੀ ਗਿਆ ਸਾਰਾ ਹੱਟ ਪਦਾਰਥਾਂ ਨਾਲ। ਦੋਹਰਾ ਜਾਚਕ ਕਰ ਹੈ ਜਾਚਨਾ। ਜਿਹੜੇ ਮੰਗਤੇ ਐ ਉਹ ਮੰਗਣ ਵਾਸਤੇ ਆਉਂਦੇ ਆ, ਜਾਚਨਾ ਕਰਦੇ ਹਨ। ਪਾਵੇ ਪਰਮ ਪ੍ਰਸਾਦ। ਤੇ ਸਤਿਗੁਰੂ ਜੀ ਦੇ ਕੋਲੋਂ ਬਹੁਤ ਭਾਰੀ ਪ੍ਰਸਾਦ ਜਿਹੜਾ ਉਹ ਪਾਉਂਦੇ ਆ। ਬਹੁਤ ਜੋ ਕਿਸੇ ਨੂੰ ਚਾਹੀਦਾ ਉਹੋ ਹੀ ਪ੍ਰਾਪਤ ਹੋ ਜਾਂਦਾ ਏ ਪਦਾਰਥ। ਸੁਨ ਸੁਨ ਆਵਹਿ ਅਨਕ ਪੁੰਨ। ਫਿਰ ਸੁਣ ਸੁਣ ਕੇ ਜਿਹੜੇ ਲੈ ਕੇ ਜਾਂਦੇ ਆ ਨਾ ਪਦਾਰਥਾਂ ਨੂੰ, ਉਹਨਾਂ ਕੋਲੋਂ ਸੁਣ ਸੁਣ ਕੇ ਫਿਰ ਹੋਰ ਆਉਂਦੇ ਨੇ। ਦੇਵਹਿ ਸਭਨ ਅਨਾਦ। ਸੱਚੇ ਪਾਤਸ਼ਾਹ ਅੰਨ ਆਦਿਕ ਸਭ ਨੂੰ ਦਈ ਜਾਂਦੇ ਆ। ਜੇ ਕੋਈ ਮੰਗਦਾ ਘਿਓ, ਖੰਡ, ਦਾਲਾਂ, ਆਟਾ, ਜੋ ਕੋਈ ਮੰਗਦਾ ਸੱਚੇ ਪਾਤਸ਼ਾਹ ਝੋਲੀਆਂ ਭਰ ਦਿੰਦੇ ਆ। ਅਸਨਹੀਨ ਬਸਨੰ ਨਗਨ। ਜੇ ਕੋਈ ਨਗਨ ਆ ਜਾਂਦਾ ਹੈ ਵਸਤਰਾਂ ਤੋਂ ਹੀਣਾ, ਤੇ ਜੇ ਕੋਈ ਭੁੱਖਾ ਆ ਜਾਂਦਾ ਜਿਹਨੂੰ ਭੋਜਨ ਨਹੀਂ ਪ੍ਰਾਪਤ ਖਾਣ ਨੂੰ ਹੁੰਦਾ। ਕਰਤ ਅਰਥ ਨਾ ਜਾਉਨ। ਸੱਚੇ ਪਾਤਸ਼ਾਹ ਦੇ ਕੋਲ ਆ ਕਰਕੇ ਜਿਹੜੇ ਮੰਗਦੇ ਹਨ, ਜਿਹੜੇ ਆ ਕੇ ਬੇਨਤੀ ਕਰਕੇ ਇਉਂ ਪ੍ਰਾਰਥਨਾ ਕਰਕੇ ਮੰਗਦੇ ਹਨ ਹਜੂਰ ਦੇ ਕੋਲ। ਛੂਛਾ ਬਹੁਰ ਨਾ ਜਾਵਈ। ਬਹੁਰੋਂ ਕੋਈ ਵੀ ਖਾਲੀ ਨਹੀਂ ਜਾਂਦਾ ਜਿਹੜਾ ਸੱਚੇ ਪਾਤਸ਼ਾਹ ਦੇ ਦੁਆਰੇ ਤੇ ਹੱਟ ਤੇ ਆ ਜਾਂਦਾ ਏ। ਆਵਤ ਜੋ ਪਹੁਨ। ਜਿਹੜਾ ਵੀ ਆਉਂਦਾ ਮਹਾਰਾਜ ਦੇ ਘਰ ਦੇ ਵਿੱਚ। ਸਵਈਆ ਦੌਲਤ ਖਾਨ ਕੋ ਥੋਰੋ ਉਠਾਵਨ। ਦੌਲਤ ਖਾਨ ਦਾ ਤਾਂ ਥੋੜਾ ਹੀ ਖਰਚਾ ਉੱਠਦਾ ਏ। ਤਾਹੇ ਤੇ ਹੋਤ ਵਛੇਖ ਹੀ ਦਾਨਾ। ਤੇ ਉਥੋਂ ਤਾਂ ਦਾਨ ਵੱਡਾ ਹੀ ਹੋ ਰਿਹਾ ਹੈ। ਸੱਚੇ ਪਾਤਸ਼ਾਹ ਨੇ ਤਾਂ ਜਿਹੜੀ ਆ ਗਰੀਬੀ ਰੋੜ ਦਿੱਤੀ ਇਸ ਇਲਾਕੇ ਦੀ। ਐਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾਨ ਕਰ ਰਹੇ ਐ। ਦੌਲਤ ਖਾਨ ਦਾ ਉਹਨਾਂ ਖਰਚਾ ਨਹੀਂ ਉੱਠਦਾ ਜਿੱਡਾ ਵੱਡਾ ਇਥੋਂ ਸਤਿਗੁਰੂ ਜੀ ਦਾਨ ਦਾ ਪ੍ਰਵਾਹ ਚਲਾ ਰਹੇ ਆ। ਕੀਰਤੀ ਕੋ ਸੁਨ ਧਾਵਤ ਆਵਤ। ਮਹਾਰਾਜ ਜੀ ਦੀ ਕੀਰਤੀ ਜਸ ਸੁਣ ਸੁਣ ਕੇ ਨਾ ਦੌੜ ਦੌੜ ਕੇ ਲੋਕ ਆਉਂਦੇ ਆ। ਪਾਵਤ ਜੋ ਅਰਥੀ ਅਨੁਮਾਨਾ। ਜਿਹੜਾ ਵੀ ਲੋੜਵੰਦ ਆਉਂਦਾ ਜੋ ਉਹਨੂੰ ਚਾਹੀਦਾ ਉਹੋ ਹੀ ਪਾ ਕੇ ਨਿਹਾਲ ਹੁੰਦਾ ਏ। ਚੂਨ ਤੇ ਲਾਉਨ ਕ੍ਰਿਤ ਆਦ ਤੇਜੇ ਵਥ। ਚੂਨ ਇਸ ਪ੍ਰਕਾਰ ਆਟਾ, ਲੂਣ, ਘਿਓ ਤੋਂ ਆਦਿਕ ਜਿਹੜੀਆਂ ਵੀ ਲੋੜ ਵਾਲੀਆਂ ਵਸਤੂਆਂ ਹਨ। ਅੰਤਰ ਚੀਰ ਧਰੇ ਬਿਦ ਨਾਨਾ। ਅੰਦਰ ਜਿਹੜੇ ਆ ਨਾ ਵਸਤਰਾਂ ਦੇ ਵਿੱਚ ਬਹੁਤ ਪ੍ਰਕਾਰ ਇਸ ਪ੍ਰਕਾਰ ਸਾਰੀਆਂ ਚੀਜ਼ਾਂ ਧਰੀਆਂ ਹੋਈਆਂ ਨੇ। ਘਿਓ ਦੇ ਬਰਤਨ ਭਰੇ ਹੋਏ ਹਨ। ਜਾਂ ਵਸਤੂ ਕੋ ਨਿਕਾਰ ਕੈ ਦੇਵਤ। ਜਿਹੜੀ ਵਸਤੂ ਨੂੰ ਭਾਈ ਬਾਲਾ ਜੀ ਕਹਿੰਦੇ ਕੱਢ ਕੇ ਦਿੰਦੇ ਹਨ ਸ੍ਰੀ ਗੁਰੂ ਜੀ। ਸੋ ਨਾ ਘਟੈ ਉਤਨੀ ਠਹਿਰਾਨਾ। ਉਹ ਘਟਦੀ ਨਹੀਂ, ਓਨੀ ਦੀ ਓਨੀ ਹੀ ਜਿਹੜੀ ਉਹ ਬਣੀ ਰਹਿੰਦੀ ਹੈ।
ਘਿਓ ਵੰਡੀ ਜਾਂਦੇ ਆ ਮਹਾਰਾਜ, ਉਹ ਬਰਤਨ ਉਵੇਂ ਹੀ ਭਰਿਆ ਰਹਿੰਦਾ। ਖੰਡ ਦੇ ਜਿਹੜੇ ਆ ਬੋਰੇ, ਉਹ ਵੱਡੇ ਬੋਰੀਆਂ ਭਰੀਆਂ ਹੀ ਰਹਿੰਦੀਆਂ ਹਨ। ਇਉਂ ਜਿਹੜੇ ਕੱਪੜੇ ਆ ਵੱਡੇ ਵੱਡੇ, ਉਹ ਉਵੇਂ ਹੀ ਭਰੇ ਰਹਿੰਦੇ ਆ। ਸ੍ਰੀ ਗੁਰੂ ਜੀ ਵੰਡੀ ਜਾਂਦੇ ਆ, ਪਰ ਉਹਨਾਂ ਵਿੱਚੋਂ ਘਟਦਾ ਨਹੀਂ ਪਦਾਰਥ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਨ੍ਹਾਂ ਸਿੱਖਾਂ ਨੇ ਇੱਕ ਕਿਣਕਾ ਮਾਤਰ ਹੀ ਸਿੱਖਿਆ ਨੂੰ ਪ੍ਰਾਪਤ ਕੀਤਾ, ਰਿੱਧੀ ਤਾਂ ਉਹਨਾਂ ਦੇ ਕੋਲ ਆ ਕਰਕੇ ਸੰਪੂਰਨ ਹੋ ਜਾਂਦੀ ਹੈ, ਤੇ ਸ੍ਰੀ ਗੁਰੂ ਜੀ ਆਪ ਹੀ ਹਨ। ਪਦਾਰਥ ਕਿਵੇਂ ਘਟ ਸਕਦੇ ਆ? ਇਵੇਂ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਦੱਸਦੇ ਆ, ਕਹਿੰਦੇ ਆ ਸੱਚੇ ਪਾਤਸ਼ਾਹ ਜੀ ਉਵੇਂ ਹੀ ਸਾਰੇ ਪਦਾਰਥ ਅੰਦਰ ਜਿਹੜੇ ਆ ਨਾ, ਉਹ ਘਟਦੇ ਨਹੀਂ, ਇੱਕ ਰਸ ਉਵੇਂ ਹੀ ਭਰੇ ਰਹਿੰਦੇ ਹਨ ਬਰਤਨ। ਦੋਹਰਾ ਕੀਰਤ ਪਸਰੀ ਪੁਰ ਸਰਬ। ਸਾਰੇ ਨਗਰਾਂ ਵਿੱਚ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਜਿਹੜੀ ਸੀ, ਜਸ, ਉਹ ਪਸਰ ਗਿਆ, ਫੈਲ ਗਿਆ। ਘਰ ਘਰ ਭੀ ਭਰਪੂਰ। ਘਰਾਂ ਘਰਾਂ ਦੇ ਅੰਦਰ ਬਹੁਤ ਭਰਪੂਰ ਜਸ ਫੈਲਿਆ ਮਹਾਰਾਜ ਜੀ ਦਾ। ਕਿਦੋ ਚੰਦ ਕੀ ਚਾਂਦਨੀ। ਜਾਣੋ ਕਿ ਜਿਵੇਂ ਮਹਾਰਾਜ ਦੀ ਕੀਰਤੀ ਹੈ ਕਿ ਚੰਦਰਮਾ ਦੀ ਚਾਂਦਨੀ ਹੈ। ਜਿਉ ਚਕੋਰ ਪ੍ਰਿਅਰੂਰ। ਜਿਵੇਂ ਇਸ ਪ੍ਰਕਾਰ ਚਕੋਰਾਂ ਹੁੰਦੀਆਂ ਸੁੰਦਰ ਸਰੂਪ ਨੂੰ ਵੇਖਦੀਆਂ ਚੰਦਰਮਾ ਦੇ ਨੂੰ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਹੈ ਜਸ ਰੂਪੀ ਚਾਂਦਨੀ ਨੂੰ ਜਿਹੜੇ ਲੋਕ ਚਕੋਰਾਂ ਦੀ ਤਰ੍ਹਾਂ ਇਉਂ ਵੇਖਦੇ ਆ, ਬਹੁਤ ਭਾਰੀ ਮਹਾਰਾਜ ਦਾ ਸੁੰਦਰ ਜਸ ਕਰਦੇ ਹਨ। ਮਾਸ ਮਾਸ ਲੇਖਾ ਹੋਵੇ। ਮਹੀਨੇ ਮਹੀਨੇ ਬਾਅਦ ਲੇਖਾ ਹੁੰਦਾ ਹੈ, ਹਿਸਾਬ ਕਿਤਾਬ ਹੁੰਦਾ ਹੈ ਮੋਦੀ ਖਾਨੇ ਦਾ। ਜਾਹੇ ਵਹੀ ਲੈ ਹਾਥ। ਮਹਾਰਾਜ ਹਿਸਾਬ ਕਿਤਾਬ ਦੀ ਵਹੀ ਹੱਥ ਵਿੱਚ ਲੈ ਕੇ ਸਤਿਗੁਰੂ ਜੀ ਜਾਂਦੇ ਆ। ਸੰਖਿਆ ਕਰ ਸਭ ਦਿਵਸ ਕੀ। ਤੇ ਸਾਰੇ ਦਿਨਾਂ ਦੀ ਜਿਹੜੀ ਹਿਸਾਬ ਕਿਤਾਬ ਦੀ ਗਿਣਤੀ ਕਰਕੇ ਵੈਸੇ ਲੇਖਕ ਸਾਥ। ਮਹਾਰਾਜ ਬੈਠ ਕੇ ਲੇਖਕ ਦੇ ਕੋਲ, ਜਿਹੜਾ ਲਿਖਣ ਵਾਲਾ ਦੌਲਤ ਖਾਂ ਦਾ, ਉਸ ਲੇਖਕ ਦੇ ਕੋਲ ਸਾਰਾ ਹਿਸਾਬ ਕਿਤਾਬ ਮਹਾਰਾਜ ਹਰੇਕ ਦਿਨ ਦਾ ਸਤਿਗੁਰੂ ਜੀ ਦੇ ਦਿੰਦੇ ਆ। ਸੋਰਠਾ ਜਬ ਜਬ ਲੇਖਾ ਹੋਏ। ਜਦੋਂ ਜਦੋਂ ਵੀ ਹਿਸਾਬ ਕਿਤਾਬ ਹੁੰਦਾ, ਲੇਖਾ ਹੁੰਦਾ ਹੈ ਮੋਦੀ ਖਾਨੇ ਦਾ, ਤਬ ਤਬ ਵਾਧਾ ਨਿਕਸਈ। ਤਦੋਂ ਤਦੋਂ ਸਤਿਗੁਰੂ ਜੀ ਦਾ ਵਾਧਾ ਜਿਹੜਾ ਉਹ ਨਿਕਲਦਾ ਏ। ਬਿਸਮੈ ਮਨ ਸੁਣ ਲੋਏ। ਤੇ ਲੋਕ ਜਿਹੜੇ ਆ ਬੜਾ ਸੁਣ ਸੁਣ ਕੇ ਹੈਰਾਨ ਹੁੰਦੇ ਆ। ਕੋ ਕਰੀ ਈਰਖਾ। ਕੋਈ ਜਿਹੜੇ ਆ ਉਹ ਸੱਚੇ ਪਾਤਸ਼ਾਹ ਦਾ ਜਸ ਨਹੀਂ ਬਰਦਾਸ਼ਤ ਹੁੰਦਾ, ਤੇ ਜਸ ਇਉਂ ਵੇਖ ਕੇ ਸੁਣ ਕੇ ਬੜੀ ਈਰਖਾ ਕਰਦੇ ਆ। ਨਹਿ ਜਾਣੈ ਮਤ ਮੰਦ। ਉਹ ਮੰਦੀ ਮਤ ਵਾਲੇ ਨਹੀਂ ਜਾਣਦੇ ਸਤਿਗੁਰੂ ਜੀ ਦੇ ਭੇਦ ਨੂੰ। ਇਹ ਕਰਤਾਰ ਸਰੂਪ ਹੈ। ਨਹੀਂ ਜਾਣਦੇ ਮੰਦੀ ਮਤ ਵਾਲੇ ਕਿ ਇਹ ਤਾਂ ਕਰਤਾਰ ਦਾ ਸਰੂਪ ਹੈ, ਇਹ ਤਾਂ ਆਪ ਪਰਮੇਸ਼ਰ ਹਨ। ਆਨੰਦ ਕੰਦ ਮੁਕੰਦ। ਮਹਾਰਾਜ ਆਨੰਦ ਦੇ ਕੰਦ ਫਲ ਨੂੰ ਦੇਣ ਵਾਲੇ ਹੈ, ਮੁਕਤੀ ਦਾਤਾ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜਾਂ ਕੋ ਕਛ ਅਚਰਜ ਨਹੀਂ। ਤੇ ਸਤਿਗੁਰੂ ਜੀ ਨੂੰ ਤਾਂ ਇਹਨਾਂ ਨੂੰ ਕੋਈ ਅਚਰਜ ਹੀ ਨਹੀਂ। ਮਹਾਰਾਜ ਵਾਸਤੇ ਕੀ ਔਖਾ ਹੈ, ਇਸ ਕਰਕੇ ਇਸ ਗੱਲ ਨੂੰ ਨਹੀਂ ਜਾਣਦੇ ਹਨ ਕਿ ਤਾਂ ਆਪ ਹੀ ਕਰਤਾਰ ਸਰੂਪ ਨੇ। ਇਹਨਾਂ ਨੂੰ ਇਹ ਸਭ ਕੁਝ ਕਰਨਾ ਕੋਈ ਅਚਰਜ ਨਹੀਂ, ਕੋਈ ਔਖਾ ਨਹੀਂ ਹੈ। ਸੁਧ ਨਹਿ ਦੌਲਤ ਖਾਨ। ਲੋਕ ਕਈ ਗੱਲਾਂ ਕਰਦੇ ਆ, ਦੌਲਤ ਖਾਨ ਨੂੰ ਖਬਰ ਨਹੀਂ ਹੈ। ਬਾਦ ਦਰਬ ਕੋ ਖੋਵਈ। ਇਹ ਦੌਲਤ ਖਾਨ ਦਾ ਧਨ ਜਿਹੜਾ ਵਿਅਰਥ ਹੀ ਖੋ ਰਹੇ ਆ, ਗਵਾ ਰਹੇ ਹਨ। ਘਾਟਾ ਹੋਏ ਨਿਦਾਨ। ਅੰਤ ਨੂੰ ਜਦੋਂ ਹਿਸਾਬ ਕਿਤਾਬ ਹੋਇਆ ਨਾ ਸਾਰਾ, ਤੇ ਫਿਰ ਘਾਟਾ ਬਹੁਤ ਜ਼ਿਆਦਾ ਹੋਵੇਗਾ। ਕਹਿਓ ਜਾਏ ਦੁੱਖ ਪਾਵਈ। ਤੇ ਫੜੇ ਜਾਣਗੇ, ਦੌਲਤ ਖਾਂ ਕੈਦ ਪਾ ਲਏਗਾ, ਫਿਰ ਦੁੱਖ ਪਾਉਣਗੇ। ਕੋ ਅਸ ਕਰਤ ਉਚਾਰ। ਕੋਈ ਤਾਂ ਇਸ ਤਰ੍ਹਾਂ ਉਚਾਰ ਕੇ ਕਹਿੰਦੇ ਹਨ ਲੋਕ। ਕੋ ਇੱਕ ਭਾਖਤ ਅਪਰਗਤ। ਤੇ ਕੋਈ ਇੱਕ ਅੱਧਾ ਹੋਰ ਤਰੀਕੇ ਨਾਲ ਵੀ ਇਉਂ ਕਹਿੰਦੇ ਨੇ। ਦੇਵਤ ਦਾਨ ਉਦਾਰ। ਇਹ ਤਾਂ ਦਾਨ ਦੇਣ ਵਾਸਤੇ ਬੜੇ ਉਦਾਰ ਦਾਤੇ ਹਨ। ਬਰਕਤ ਜਾਂ ਤੇ ਅਦਕ ਹੈ। ਇਸ ਕਰਕੇ ਜਿਆਦੀ ਬਰਕਤ ਹੈ। ਕੋਈ ਇਉਂ ਵੀ ਕਹਿੰਦੇ ਐ ਕਿ ਦਾਨ ਬਾਹਲਾ ਦਿੰਦੇ ਐ ਦਾਤੇ ਹੋ ਕਰਕੇ, ਤੇ ਇਸ ਕਰਕੇ ਬਾਹਲੀ ਬਰਕਤ ਵੈ ਇਹਨਾਂ ਦੇ ਹੱਟ ਦੇ ਅੰਦਰ। ਸਵਈਆ ਜਾਚਕ ਕੇਤਕ ਦਾਨ ਕੋ ਲੇ। ਕਿੰਨੇ ਕੁ ਜਾਚਕ ਮੰਗਤੇ ਜਿਹੜੇ ਆ ਸ੍ਰੀ ਗੁਰੂ ਜੀ ਦੇ ਮੋਦੀ ਖਾਨੇ ਵਿੱਚੋਂ ਭਾਰੀ ਦਾਨ ਲੈ ਕਰਕੇ। ਤਲਵੰਡੀ ਗਏ ਨੁਤ ਭੂਰ ਉਚਾਰੀ। ਤਲਵੰਡੀ ਤੱਕ ਜਦੋਂ ਚਲੇ ਗਏ ਤੇ ਭਾਰੀ ਨੁਤ ਸੋਭਾ ਜਿਹੜੀ ਸੀ ਨਾ ਉਸਤਤ ਮਹਾਰਾਜ ਜੀ ਦੀ,
ਉਹ ਤਲਵੰਡੀ ਜਾ ਕੇ ਉਚਾਰਨਾ ਕੀਤੀ, ਕਹਿਣਾ ਕੀਤੇ। ਮੋਦੀ ਭਇਓ ਨ੍ਰਿਪ ਦੌਲਤ ਖਾਨ ਕੋ। ਜਿਹੜਾ ਦੌਲਤ ਖਾਂ ਰਾਜਾ ਹੈ ਨਾ, ਉਹਦੇ ਸਤਿਗੁਰੂ ਜੀ ਮੋਦੀ ਜਿਹੜੇ ਹਨ ਬਣੇ ਹਨ ਮੋਦੀ ਖਾਨੇ ਵਿੱਚ। ਦਾਨ ਕੋ ਦੈਨ ਕਰਿਓ ਪ੍ਰਣ ਭਾਰੀ। ਜਿਨ੍ਹਾਂ ਨੇ ਦਾਨ ਦੇਣ ਵਾਸਤੇ ਭਾਰੀ ਹੀ ਇਉਂ ਪ੍ਰਣ ਕਰਨਾ ਕੀਤਾ, ਭਾਵ ਬਚਨ ਜਿਹੜਾ ਹੈ ਉਹ ਕਰਨਾ ਕੀਤਾ, ਭਾਵ ਕਿਸੇ ਨੂੰ ਵੀ ਖਾਲੀ ਨਹੀਂ ਮੁੜਨ ਦਿੰਦੇ, ਸਭ ਨੂੰ ਦਾਨ ਦੇ ਕੇ ਝੋਲੀਆਂ ਭਰ ਦਿੱਤੀਆਂ ਨੇ। ਨੰਗ ਛੁਦਾ ਤੁਰ ਦੇਖ ਸਕੈ ਨਹਿ। ਉਹ ਕਿਸੇ ਨੂੰ ਨੰਗਾ ਨਹੀਂ ਵੇਖ ਸਕਦੇ, ਵਸਤਰਾਂ ਤੋਂ ਬਿਨਾਂ ਨਹੀਂ ਵੇਖ ਸਕਦੇ, ਤੇ ਭੁੱਖਾ ਨਹੀਂ ਕਿਸੇ ਨੂੰ ਵੇਖ ਸਕਦੇ ਹਨ। ਸੰਪਤ ਬ੍ਰਿਧ ਭਈ ਸੁਖਕਾਰੀ। ਸੁੱਖਾਂ ਨੂੰ ਦੇਣ ਵਾਲੀ ਜਿਹੜੀ ਹੈ ਨਾ ਸੰਪਦਾ, ਭਾਵ ਧਨ ਬਹੁਤ ਜ਼ਿਆਦਾ ਉਹਨਾਂ ਕੋਲ ਹੋਇਆ ਏ। ਪੁੰਨ ਮਤੀ ਕ੍ਰਿਤ ਧਨਵਤੀ ਜਿਹ। ਤੇ ਇਨ ਪ੍ਰਕਾਰ ਉਹਨਾਂ ਦੀ ਇਹ ਕਿਰਤ ਜਿਹੜੀ ਹੈ ਨਾ ਬੜੀ ਪੁੰਨ ਵਾਲੀ ਹੈ, ਤੇ ਧਨ ਦੇ ਇਕੱਠੇ ਕਰਨ ਵਾਲੀ ਬੜੀ ਸੋਹਣੀ ਕਾਰ ਉਹਨਾਂ ਕੀਤੀ ਹੈ। ਜਾਚਕ ਭੀੜ ਹੈ ਤਾਹੇ ਕੇ ਦੁਆਰੀ। ਉਹਨਾਂ ਦੇ ਦੁਆਰੇ ਤੇ ਮੰਗਤਿਆਂ ਦੀ ਭੀੜ ਲੱਗੀ ਰਹਿੰਦੀ ਹੈ, ਲੈਣ ਵਾਲਿਆਂ ਦੀ। ਜਾਚਕ ਜੇ ਤਲਵੰਡੀ ਹੁਤੇ। ਜਿਹੜੇ ਤਲਵੰਡੀ ਦੇ ਵਿੱਚ ਮੰਗਤੇ ਹੁੰਦੇ ਰਹਿੰਦੇ ਸੀਗੇ, ਸਭ ਆਵਤ ਭੇ ਧਨ ਲੈਣ ਕੀ ਆਸਾ। ਉਹ ਸਾਰੇ ਧਨ ਲੈਣ ਦੀ ਆਸਾ ਨਾਲ ਕਿ ਉੱਥੋਂ ਅਸੀਂ ਵੀ ਘਿਓ ਖੰਡ ਦਾਲਾਂ ਲਵਾਂਗੇ ਤੇ ਧਨ ਲਵਾਂਗੇ। ਇਉਂ ਤਲਵੰਡੀ ਦੇ ਜਿਹੜੇ ਮੰਗਤੇ ਸੀਗੇ ਹੈਗੇ ਸੀ, ਉਹਨਾਂ ਵੀ ਤੇ ਸਮੇਂ ਮਨ ਦੇ ਅੰਦਰ ਆਸਾ ਕੀਤੀ ਕਿ ਅਸੀਂ ਵੀ ਉੱਥੋਂ ਜਾ ਕਰਕੇ ਲੈਣਾ ਕਰੀਏ। ਜੋ ਜਿਸ ਜਾਚ ਨਾ ਆਨ ਕਰੀ। ਜੋ ਜਿਸ ਨੇ ਚਾਹੀਦਾ ਸੀ, ਜੋ ਮੰਗਣਾ ਸੀ, ਉਹ ਆ ਕਰਕੇ ਮੰਗਣਾ ਕੀਤਾ। 10 ਪਾਵਤ ਭੇ ਗਇਓ ਕੋ ਨਾ ਨਿਰਾਸਾ। ਉਹੋ ਜਿਹਾ ਹੀ ਸਭ ਕੁਝ ਪ੍ਰਾਪਤ ਹੋਇਆ ਜੋ ਚਾਹੀਦਾ ਸੀ, ਕੋਈ ਨਿਰਾਸ਼ਾ ਨਹੀਂ ਮੁੜਿਆ, ਕੋਈ ਖਾਲੀ ਨਹੀਂ ਮੁੜਿਆ। ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜਾ ਵੀ ਜੋ ਇੱਛਾ ਲੈ ਕਰਕੇ ਆਇਆ, ਮਹਾਰਾਜ ਨੇ ਉਹ ਹੀ ਪਦਾਰਥ ਪਾ ਕੇ ਝੋਲੀਆਂ ਭਰ ਦਿੱਤੀਆਂ। ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ। ਸੱਚੇ ਪਾਤਸ਼ਾਹ ਦੇ ਕੋਲ ਜਿਨ ਜਿਨ ਵੀ ਆ ਕੇ ਬੇਨਤੀ ਕੀਤੀ, ਜੋ ਜੋ ਮੰਗਿਆ ਮਹਾਰਾਜ ਨੇ ਸਭ ਦੀਆਂ ਝੋਲੀਆਂ ਭਰ ਦਿੱਤੀਆਂ। ਕੀਰਤ ਕੋ ਸੁਨ ਰਾਏ ਬੁਲਾਰ। ਰਾਏ ਬੁਲਾਰ ਜੀ ਨੇ ਵੀ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਜਸ ਸੁਣਨਾ ਕੀਤਾ। ਆਨੰਦਤ ਪ੍ਰਾਪਤ ਜੋ ਸੁਖ ਰਾਸਾ। ਜਿਵੇਂ ਬਹੁਤ ਸੁੱਖਾਂ ਦੀ ਰਾਸ ਹੀ ਪ੍ਰਾਪਤ ਹੋ ਗਈ ਹੋਵੇ, ਇੰਨਾ ਆਨੰਦ ਆਇਆ ਰਾਏ ਬੁਲਾਰ ਜੀ ਨੂੰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸੁਣ ਕੇ, ਮਹਾਰਾਜ ਦੀ ਉਸਤਤ ਸੁਣ ਕਰਕੇ ਉਹ ਆਨੰਦ ਆਇਆ ਜਿਵੇਂ ਸੁੱਖਾਂ ਦੀ ਰਾਸ ਹੀ ਪ੍ਰਾਪਤ ਹੋ ਗਈ ਹੋਵੇ। ਸੋਚ ਵਿਮੋਚਨ ਸਾਰਸ ਲੋਚਨ। ਸੱਚੇ ਪਾਤਸ਼ਾਹ ਜੋ ਸੋਚਾਂ ਨੂੰ ਚਿੰਤਾਵਾਂ ਨੂੰ ਕੱਟਣ ਵਾਲੇ ਐ, ਕਮਲ ਸ਼ਰੀਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਰੂਪ ਬਿਲੋਕਨ ਚਾਹਤ ਪਾਸਾ। ਤੇ ਮਹਾਰਾਜ ਜੀ ਦੇ ਕੋਲ ਜਾ ਕਰਕੇ ਸਤਿਗੁਰੂ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖਣਾ ਚਾਹੁੰਦੇ ਆ। ਰਾਏ ਬੁਲਾਰ ਜੀ ਦੇ ਮਨ ਦੇ ਅੰਦਰ ਵੀ ਇਹ ਆਸ ਹੈ, ਇੱਛਾ ਹੈ। ਸ੍ਰੌਣ ਮੇ ਕਾਲੂ ਸੁਨੀ ਸੁਤ ਕੀ ਨੁਤ। ਜਦੋਂ ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕੰਨਾਂ ਵਿੱਚ ਸੁਣੀ ਹੈ। ਚਿਤ ਲਖੀ ਵਿਤ ਲੇਹ ਕਮਾਈ। ਤੇ ਚਿਤ ਦੇ ਵਿੱਚ ਫਿਰ ਬਾਬਾ ਕਾਲੂ ਜੀ ਨੇ ਜਾਣਿਆ ਕਿ ਮੇਰਾ ਪੁੱਤਰ ਧਨ ਕਮਾ ਲਵੇਗਾ। ਤਦਪ ਭੂਰ ਉਦਾਰ ਅਹੇ। ਸੋਚਦੇ ਆ ਤਾਂ ਵੀ ਇਹਦਾ ਚਿੱਤ ਜਿਹੜਾ ਨਾ ਉਦਾਰ ਬਹੁਤ ਹੈ, ਇਹ ਬੜੇ ਵੱਡੇ ਦਾਤੇ ਹਨ ਦੇਣ ਨੂੰ। ਧਨ ਰਾਖਣ ਕੀ ਮਤ ਤਾਹਿ ਨ ਆਈ। ਧਨ ਰੱਖਣ ਦੀ, ਇਕੱਠਾ ਕਰਨ ਦੀ ਮਤ ਅਕਲ ਜਿਹੜੀ ਹੈ ਨਾ, ਉਹ ਨਹੀਂ ਅਜੇ ਤੱਕ ਇਹਨਾਂ ਨੂੰ ਆਈ। ਹਉ ਅਬ ਜਾਇ ਕਹਿ ਦਿਓ ਸਿਆਣਪ। ਬਾਬਾ ਕਾਲੂ ਜੀ ਮਨ ਵਿੱਚ ਸੋਚਦੇ ਆ ਕਿ ਹੁਣ ਮੈਂ ਜਾ ਕਰਕੇ ਨਾ ਸੁਲਤਾਨਪੁਰ ਦੇ ਅੰਦਰ ਇਹਨਾਂ ਨੂੰ ਜਿਹੜੇ ਨਾ ਸਿਆਣਪ ਸਮਝ ਜਿਹੜੀ ਆ ਉਹ ਦੇਣਾ ਕਰਾਂ। ਆਨ ਹੋ ਜੇਤੇ ਕੀਓ ਇਕਠਾਈ। ਜਿੰਨੇ ਇਕੱਠੇ ਕੀਤੇ ਹੋਣਗੇ ਪੈਸੇ ਮਾਇਆ, ਉਹ ਲੈ ਆਵਾਂਗਾ, ਜਿੰਨੇ ਕਿ ਇਹਨਾਂ ਨੇ ਜੋੜੇ ਹੋਣਗੇ। ਐਸੇ ਵਿਚਾਰ ਕਹਿ ਤਿਆਰ ਭਇਓ। ਇਸ ਤਰ੍ਹਾਂ ਵਿਚਾਰ ਕਰਕੇ ਬਾਬਾ ਕਾਲੂ ਜੀ ਤਿਆਰ ਹੋ ਗਏ ਚੱਲਣ ਵਾਸਤੇ। ਮਿਲਣੇ ਹਿਤ ਜਾਵਤ ਭਾ ਢਿਗਰਾਈ। ਮਿਲਣ ਵਾਸਤੇ ਚੱਲਣ ਤੋਂ ਪਹਿਲਾਂ ਜਾ ਕਰਕੇ ਰਾਏ ਬੁਲਾਰ ਜੀ ਨੂੰ ਮਿਲੇ ਆ, ਪਹੁੰਚੇ ਹਨ ਉਹਨਾਂ ਕੋਲ। ਹਾਂ ਸੁਲਤਾਨਪੁਰੇ ਸੁਧ ਲੇਵਣ। ਕਹਿਣ ਲੱਗੇ ਰਾਏ ਜੀ, ਮੈਂ ਆਪਣੇ ਪੁੱਤਰ ਦੀ ਸੁਧ ਖਬਰ ਲੈਣ ਵਾਸਤੇ
ਸੁਲਤਾਨਪੁਰ ਨੂੰ ਚੱਲਣਾ ਚਾਹੁੰਦਾ ਹਾਂ। ਆਇਸ ਦੇਹੋ ਕਰੋ ਗਵਨਾ, ਮੈਨੂੰ ਆਗਿਆ ਦਿਓ ਕਿ ਮੈਂ ਚੱਲਣਾ ਕਰਾਂ। ਰਾਏ ਕਹੇ ਹਿਤ ਸੋ ਮਿਲੀਏ। ਰਾਏ ਬੁਲਾਰ ਜੀ ਕਹਿਣ ਲੱਗੇ ਬੜੇ ਪਿਆਰ ਨਾਲ ਜਾ ਕਰਕੇ ਮਿਲਣਾ ਕਰਿਓ, ਨਕ ਬੋਲ ਭਨੋ ਮੁਖ ਤੇ ਕਵਨਾ, ਤੇ ਕਿਸੇ ਪ੍ਰਕਾਰ ਦਾ ਵੀ ਮੁਖ ਤੋਂ ਖੋਟਾ ਬੋਲ ਨਾ ਕਹੋ, ਕੋਈ ਕੌੜਾ ਬੋਲ, ਕੋਈ ਸਖਤ ਬੋਲ, ਇਸ ਤਰ੍ਹਾਂ ਦਾ ਆਪਣੇ ਮੁਖ ਤੋਂ ਕਦੇ ਵੀ ਨਾ ਕਹਿਣਾ ਕਰਿਓ। ਮੋਦਿਸ ਤੇ ਸਿਰ ਪੈ ਕਰ ਫੇਰੋ, ਤੇ ਮੇਰੇ ਵੱਲੋਂ ਵੀ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਕਹਿੰਦੇ ਐ, ਮੇਰੇ ਵੱਲੋਂ ਵੀ ਸਿਰ ਤੇ ਹੱਥ ਰੱਖ ਕਰਕੇ ਬੜੇ ਪਿਆਰ ਨਾਲ ਸਿਰ ਦੇ ਉੱਤੇ ਹੱਥ ਫੇਰਨਾ ਕਰਿਓ। ਪ੍ਰੀਤ ਸੋ ਕੰਠ ਕਰੋ ਲਵਨਾ, ਤੇ ਬੜੇ ਪ੍ਰੇਮ ਦੇ ਨਾਲ ਕੰਠ ਲਾ ਲੈਣਾ ਕਰਿਓ, ਮੇਰੇ ਵੱਲੋਂ ਜੱਫੀ ਪਾਉਣਾ ਕਰਿਓ, ਕੰਠ ਲਾਉਣਾ ਕਰਿਓ। ਸ੍ਰੀ ਗੁਰੂ ਜੀ ਦੇ ਤਾਈ ਇੰਨਾ ਪਿਆਰ ਕਰਦੇ ਆ ਰਾਏ ਬੁਲਾਰ ਜੀ। ਸ਼ਰੋਨਨ ਮੈਂ ਸੁਨ ਬੰਧਨ ਕੀਨ, ਕੰਨਾਂ ਵਿੱਚ ਰਾਏ ਬੁਲਾਰ ਜੀ ਦੇ ਐਸੇ ਬਚਨ ਸੁਣ ਕਰਕੇ ਬਾਬਾ ਕਾਲੂ ਜੀ ਨੇ ਨਮਸਕਾਰ ਕੀਤੀ ਰਾਏ ਜੀ ਨੂੰ। ਮੁਕੰਦ ਪਿਤਾ ਪੁਨਗਾ ਭਵਨਾ, ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਕਾਲੂ ਜੀ ਫਿਰ ਇਉਂ ਘਰ ਨੂੰ ਆਏ ਐ ਰਾਏ ਬੁਲਾਰ ਜੀ ਤੋਂ ਆਗਿਆ ਲੈ ਕਰਕੇ। ਮਾਤ ਸੰਦੇਸ਼ ਦਏ ਅਸੂਆਂ ਭਰ, ਮਾਤਾ ਤ੍ਰਿਪਤਾ ਜੀ ਸ੍ਰੀ ਗੁਰੂ ਜੀ ਦੇ ਤਾਈ ਸੰਦੇਸ਼ਾ ਭੇਜਦੇ ਐ, ਅੱਖਾਂ ਵਿੱਚ ਅਥਰੂਆਂ ਨੂੰ ਭਰ ਭਰ ਕਰਕੇ। ਤਾਤ ਕੋ ਮੋਹ ਹਿਰਦੇ ਮੈਂ ਕਨੇਰਾ, ਪੁੱਤਰ ਦਾ ਮੋਹ ਹਿਰਦੇ ਵਿੱਚ ਬਹੁਤ ਜ਼ਿਆਦਾ ਹੈ ਮਾਤਾ ਜੀ ਦੇ। ਕਾਲੂ ਤਬਹਿ ਮਧੁਰਾ ਨਿਹ ਲੈ, ਤਦੋਂ ਬਾਬਾ ਕਾਲੂ ਜੀ ਕੁਝ ਮਠਿਆਈ ਨਾਲ ਲੈ ਕਰਕੇ ਸਕਟਾ ਜੁਰਵਾਏ ਕੈ ਬੈਲਨ ਪ੍ਰੀਰਾ, ਤੇ ਗੱਡਾ ਜੋੜ ਕਰਕੇ ਬੈਲਾਂ ਨੂੰ ਜੋੜ ਕਰਕੇ ਗੱਡੇ ਨਾਲ ਤੇ ਫਿਰ ਬੈਲ ਗੱਡੀ ਨੂੰ ਰਸਤੇ ਤੇ ਤੋਰਨਾ ਕੀਤਾ। ਪੰਥ ਕੋ ਛੋਰ ਸਬੈ ਕ੍ਰਮ ਸੋ, ਹੌਲੀ ਹੌਲੀ ਸਾਰੇ ਰਸਤੇ ਨੂੰ ਛੱਡ ਕਰਕੇ ਭਾਵ ਸਾਰਾ ਰਸਤਾ ਤੈਅ ਕਰਕੇ ਪੁਰ ਪ੍ਰਾਪਤ ਭਾ ਸੁਤ ਆਪਨ ਹੀਰਾ, ਤੇ ਜਦੋਂ ਸੁਲਤਾਨਪੁਰ ਦੇ ਅੰਦਰ ਪਹੁੰਚੇ ਹੈ ਤੇ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਣਾ ਕੀਤਾ। ਸਿੱਧੇ ਮੋਦੀ ਖਾਨੇ ਨੂੰ ਆਏ ਹੈ ਬਾਬਾ ਕਾਲੂ ਜੀ। ਠਾਂਡ ਕੀਓ ਸਕਟਾ ਤਿਹ ਥਾਨ, ਤੇ ਸਥਾਨ ਦੇ ਉੱਤੇ ਗੱਡਾ ਕਰਕੇ ਜਦੋਂ ਰੋਕਣਾ ਕੀਤਾ, ਤਰੈ ਉਤਰਿਓ ਔਰ ਮੋਹ ਵਧੇਰਾ, ਥੱਲੇ ਉਤਰੇ ਆ ਗੱਡੇ ਤੋਂ ਹਿਰਦੇ ਵਿੱਚ ਬਹੁਤ ਭਾਰੀ ਮੋਹ ਹੈ ਸ੍ਰੀ ਗੁਰੂ ਜੀ ਦੇ ਪ੍ਰਤੀ। ਪੰਕਜ ਨੈਣ ਬਿਲੋਕ ਪਿਤਾ ਦਿਸ਼, ਜਦੋਂ ਆਪਣੇ ਪਿਤਾ ਜੀ ਵੱਲ ਵੇਖਿਆ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿ ਪਿਤਾ ਜੀ ਆਏ ਹਨ। ਤੂਰਨ ਧਾਇ ਕੈ ਕੀਨ ਪ੍ਰਣਾਮਾ, ਬੜੀ ਛੇਤੀ ਨਾਲ ਦੌੜ ਕੇ ਸ੍ਰੀ ਗੁਰੂ ਜੀ ਨੇ ਪਿਤਾ ਜੀ ਦੇ ਚਰਨਾਂ ਦੇ ਉੱਤੇ ਪ੍ਰਣਾਮ ਕਰਨਾ ਕੀਤੀ, ਨਮਸਕਾਰ ਕੀਤੀ। ਕਾਲੂ ਉਠਾਏ ਲਿਓ ਪੁਜ ਕੋ ਗਹਿ, ਨਮਸਕਾਰ ਕਰਦਿਆਂ ਹੋਇਆਂ ਨੂੰ ਬਾਹਾਂ ਤੋਂ ਪਕੜ ਕਰਕੇ ਬਾਬਾ ਕਾਲੂ ਜੀ ਨੇ ਉਠਾ ਲੈਣਾ ਕੀਤਾ। ਕੰਠ ਲਗਾਏ ਭਲੇ ਸੁਖ ਧਾਮਾ, ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੂੰ ਇਉਂ ਭਲੇ ਤਰੀਕੇ ਨਾਲ ਬੜੇ ਪਿਆਰ ਨਾਲ ਬਾਬਾ ਕਾਲੂ ਜੀ ਨੇ ਆਪਣੇ ਕੰਠ ਲਾ ਲਿਆ। ਹਾਂ ਪੁਨ ਬੰਧਨ ਜਾਏ ਕਰੀ, ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਵੀ ਜਾ ਕਰਕੇ ਬਾਬਾ ਕਾਲੂ ਜੀ ਨੂੰ ਨਮਸਕਾਰ ਕੀਤੀ। ਗੁਰ ਅੰਗਦ ਜੀ ਸੁਨ ਪੂਰਨ ਕਾਮਾ, ਇਹ ਕਾਮਨਾ ਦੇ ਪੂਰੀਆਂ ਕਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਅੱਗੇ ਮਹਾਰਾਜ ਸੁਣਨਾ ਕਰੋ। ਬੂਝ ਕੈ ਛੇਮ ਸਰੀਰ ਕੀ ਤਾਂ ਛਿਨ, ਇਸ ਸਮੇਂ ਨਾ ਸਰੀਰ ਦੀ ਸੁਖ ਆਨੰਦ ਪੁੱਛ ਕਰਕੇ ਬੈਸਿਓ ਪ੍ਰਯੰਕ ਪੈ ਲੈ ਅਬਿਰਹਮਾ, ਸੁੰਦਰ ਪਲੰਗੇ ਦੇ ਉੱਤੇ ਬੈਠ ਗਏ ਸ੍ਰੀ ਗੁਰੂ ਜੀ ਨੂੰ ਨਾਲ ਲੈ ਕਰਕੇ ਬਾਬਾ ਕਾਲੂ ਜੀ। ਹਾਥ ਕੇ ਸਾਥ ਪਲੋਸਤ ਮਾਥ, ਆਪਣੇ ਹੱਥਾਂ ਦੇ ਨਾਲ ਸ੍ਰੀ ਗੁਰੂ ਜੀ ਦੇ ਮਸਤਕ ਨੂੰ ਪਲੋਸਦੇ ਨੇ। ਅਨਾਥਨ ਨਾਥ ਕੋ ਅੰਕ ਬਸਾਈ, ਅਨਾਥਾਂ ਦੇ ਨਾਥ ਜਿਹਦਾ ਕੋਈ ਨਹੀਂ ਉਹਦੇ ਮਾਲਕ ਗੁਰੂ ਨਾਨਕ ਸਾਹਿਬ ਹੈ। ਅਨਾਥਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੂੰ ਆਪਣੀ ਗੋਦ ਵਿੱਚ ਬਿਠਾ ਕਰਕੇ ਮੇਲ ਭਇਓ ਬਹੁ ਕਾਲ ਵਿਖੈ, ਬਹੁਤ ਲੰਮੇ ਸਮੇਂ ਬਾਅਦ ਇਹ ਮਿਲਾਪ ਹੋਇਆ ਹੁਣ ਸ੍ਰੀ ਗੁਰੂ ਜੀ ਦੇ ਨਾਲ। ਮਨ ਪ੍ਰੀਤ ਨਹੀਂ ਕੀ ਜਈ ਉਪਜਾਈ, ਮਨ ਦੇ ਅੰਦਰ ਨਵੀਂ ਪ੍ਰੀਤ ਜਿਹੜੀ ਹੈ ਉਹ ਬਾਬਾ ਕਾਲੂ ਜੀ ਦੇ ਪ੍ਰਗਟ ਹੋ ਰਹੀ ਹੈ। ਜਿਵੇਂ ਇਸ ਪ੍ਰਕਾਰ ਹਰੀ ਅੰਗੂਰੀ ਜਿਹੜੀ ਛਾਈ ਹੁੰਦੀ ਹੈ ਨਵੀਂ, ਇਸ ਤਰ੍ਹਾਂ ਬੜਾ ਪਿਆਰ ਸ੍ਰੀ ਗੁਰੂ ਜੀ ਦੇ ਨਾਲ ਕਰ ਰਹੇ ਹੈ। ਸੌਦਾ ਵਸ਼ੇਖ ਹੀ ਦੇਖ ਨਿਖਦਿਆ ਮੈਂ, ਤੇ ਬਹੁਤ ਜ਼ਿਆਦਾ ਹੱਟ ਦੇ ਅੰਦਰ ਭਾਰੀ ਸੌਦਾ ਵੇਖ ਕਰਕੇ ਬਾਬਾ ਕਾਲੂ ਜੀ ਵੇਖ ਰਹੇ ਹਨ ਤੇ ਨਖਦਿਆ ਜਿਹੜੀ ਹੱਟ ਵੈ
ਉਹਦੇ ਅੰਦਰ ਸੌਦਾ ਹੀ ਸੌਦਾ ਭਰਿਆ ਪਿਆ, ਸਾਰ ਚਾਰ ਚਫੇਰੇ ਬਰਤਨ ਭਰੇ ਪਏ ਐ। ਇਉਂ ਹੱਟ ਦੇ ਅੰਦਰ ਸਾਰੀ ਸਮੱਗਰੀ ਭਰੀ ਹੋਈ ਵੇਖ ਕਰਕੇ ਜਾਨ ਸਪੂਤ ਰਹਿਓ ਹਰਖਾਈ। ਆਪਣੇ ਪੁੱਤਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਪੁੱਤਰ ਜਾਣ ਕਰਕੇ, ਭਾਵ ਧਨ ਦੇ ਖੱਟਣ ਵਾਲੇ ਜਾਣ ਕਰਕੇ ਬਹੁਤ ਖੁਸ਼ ਹੋ ਰਹੇ। ਅੰਦਰੋਂ ਅੰਦਰ ਹੀ ਬਾਬਾ ਕਾਲੂ ਜੀ ਬਹੁਤ ਪ੍ਰਸੰਨ ਹੋ ਰਹੇ ਆ ਕਿ ਕਮਾਲ ਹੀ ਕਰਤੀ, ਬਹੁਤ ਜ਼ਿਆਦਾ ਧਨ ਇਹਨਾਂ ਨੇ ਖੱਟਿਆ ਏ। ਦਵੈ ਘਟਕਾ ਜਬ ਬੀਤ ਗਈ। ਭਾਈ ਬਾਲਾ ਜੀ ਕਹਿੰਦੇ ਜਦੋਂ 2 ਘੜੀਆਂ ਇਉਂ ਬਤੀਤ ਹੋ ਗਈਆਂ ਪਿਆਰ ਕਰਦਿਆਂ ਹੋਇਆਂ ਨੂੰ, ਤਿਹ ਕਾਲ ਮੈਂ ਕਾਲੂ ਨੇ ਬਾਣੀ ਅਲਾਈ। ਤੇ ਸਮੇਂ ਬਾਬਾ ਕਾਲੂ ਜੀ ਨੇ ਆਪਣੇ ਮੁਖ ਤੋਂ ਫਿਰ ਬਚਨ ਕੀਤਾ, ਬਹੁ ਕਾਲ ਭਇਓ ਸੁਲਤਾਨਪੁਰੇ ਕ੍ਰਿਤ। ਬਹੁਤ ਸਮਾਂ ਹੋ ਗਿਆ ਤੁਹਾਨੂੰ ਸੁਲਤਾਨਪੁਰ ਦੇ ਅੰਦਰ ਇਹ ਮੋਦੀ ਦੀ ਕਾਰ ਕਰਦਿਆਂ ਹੋਇਆ। ਮੋਦੀ ਤੇ ਕੀਨੀ ਹੈ ਕੀਤੀ ਕਮਾਈ। ਕਿੰਨੀ ਕੁ ਕਮਾਈ ਕੀਤੀ ਹੈ ਮੋਦੀ ਦੇ ਇਸ ਕੰਮ ਤੋਂ, ਮੋਦੀ ਦੀ ਕਾਰ ਤੋਂ ਕਿੰਨਾ ਕੁ ਧਨ ਤੁਸੀਂ ਇਕੱਠਾ ਕੀਤਾ ਏ। ਸੁਨ ਪੰਕਜ ਲੋਚਨ ਬੈਨ ਭਨੇ। ਕਮਲ ਸ਼੍ਰੀ ਕੇ ਨੇਤਰਾਂ ਵਾਲੇ ਸੁਣ ਕਰਕੇ ਪਿਤਾ ਜੀ ਦੀ ਇਹ ਗੱਲ ਆਪਣੇ ਮੁਖ ਤੋਂ ਬਚਨ ਕਹਿਣ ਲੱਗੇ, ਕਿਉਂਕਿ ਮਹਾਰਾਜ ਜਾਣਦੇ ਆ ਕਿ ਪਿਤਾ ਜੀ ਦੇ ਮਨ ਦੇ ਅੰਦਰ ਧਨ ਦੀ ਬਾਹਲੀ ਖਿੱਚ ਵੈ। ਇਸ ਕਰਕੇ ਸਤਿਗੁਰੂ ਜੀ ਉਸ ਗੱਲ ਨੂੰ ਸਾਰੀ ਨੂੰ ਜਾਣ ਕਰਕੇ ਮਹਾਰਾਜ ਆਪਣੇ ਮੁਖ ਤੋਂ ਉਹ ਕਹਿਣ ਲੱਗੇ, ਪਿਤਾ ਜੀ ਦੇ ਬਚਨ ਸੁਣ ਕਰਕੇ, ਬਹੁ ਆਨ ਕਮਾਈ ਕਰੀ ਇਹ ਥਾਈ। ਪਿਛਲੀ ਪੰਕਤੀ ਫਿਰ ਪੜੀ ਜਾਂਦੇ ਨਹੀਂ, ਅਗਲੀ ਪੜੀ। ਸੁਨ ਪੰਕਜ ਲੋਚਨ ਬੈਨ ਭਨੇ। ਤਾਂ ਇਸ ਪ੍ਰਕਾਰ ਸੁਣ ਕਰਕੇ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ, ਬਹੁ ਆਨ ਕਮਾਈ ਕਰੀ ਇਹ ਥਾਈ। ਹਾਂਜੀ, ਮਹਾਰਾਜ ਕਹਿਣ ਲੱਗੇ ਕਿ ਪਿਤਾ ਜੀ ਬਹੁਤ ਸਾਰੀ ਕਮਾਈ ਕੀਤੀ ਅਸੀਂ ਇਸ ਥਾਂ ਦੇ ਉੱਤੇ ਆ ਕਰਕੇ। ਨਹਿ ਹਾਥ ਮੈਂ ਆਥ ਕਰੈ ਥਿਰਤਾ। ਪਰ ਜਿਹੜਾ ਧਨ ਮੈਂ ਨਾ ਉਹ ਪਿਤਾ ਜੀ ਹੱਥ ਦੇ ਅੰਦਰ ਟਿਕਦਾ ਹੀ ਨਹੀਂ ਹੈ। ਉਤ ਆਵਤ ਹੈ ਇਤ ਕੋ ਚਲ ਜਾਈ। ਉਧਰੋਂ ਆਉਂਦਾ ਹੈ ਇੱਧਰ ਚਲਿਆ ਜਾਂਦਾ ਹੈ। ਕਰ ਏਕ ਵਿਰਾਟ ਕਾ ਸੰਚ ਕਰੀ ਨਹਿ। ਇੱਕ ਵੀ ਕੌਡੀ ਜਿਹੜੀ ਉਹ ਅਸੀਂ ਇਕੱਠੀ ਨਹੀਂ ਕੀਤੀ ਹੈ। ਆਮਦ ਆਓ ਖਰਚੀ ਸਮਤਾਈ। ਜਿੰਨੀ ਆਮਦਨ ਹੈ ਉਨਾ ਹੀ ਖਰਚਾ ਹੈ, ਬਰਾਬਰ ਹੈ। ਜਿੰਨੀ ਆਮਦਨ ਹੁੰਦੀ ਉਨਾ ਹੀ ਖਰਚ ਹੋ ਜਾਂਦਾ ਏ। ਦੋਹਰਾ ਤਾਤ ਮੋਹ ਤ੍ਰਿਣ ਸੇਤ ਜਿਉ। ਜਿਹੜਾ ਅੰਦਰ ਪੁੱਤਰ ਦਾ ਮੋਹ ਸੀ ਨਾ, ਉਹ ਤਾਂ ਫਿਰ ਕੱਖਾਂ ਦੇ ਪੁਲ ਦੀ ਤਰ੍ਹਾਂ ਤ੍ਰਿਸ਼ਨਾ ਲਹਿਰ ਪ੍ਰਵਾਹ। ਤ੍ਰਿਸ਼ਨਾ ਦੀਆਂ ਲਹਿਰਾਂ ਦੇ ਅੰਦਰ ਹੀ ਰੁੜ ਗਿਆ। ਜਿਹੜਾ ਮਹਾਰਾਜ ਨੂੰ ਪਿਆਰ ਕਰ ਰਹੇ ਸੀ ਨਾ ਬਾਬਾ ਕਾਲੂ ਜੀ, ਉਹ ਤਾਂ ਇਉਂ ਕਰ ਰਹੇ ਸੀ ਕਿ ਬੜੀ ਹੱਟ ਭਰੀ ਹੋਈ ਹੈ, ਬੜਾ ਧਨ ਇਕੱਠਾ ਕਰ ਲਿਆ ਹੋਣਾ। ਜਦੋਂ ਮਹਾਰਾਜ ਨੂੰ ਪੁੱਛਿਆ ਕਿ ਕਿੰਨਾ ਕੁ ਧਨ ਇਕੱਠਾ ਕਰ ਲਿਆ, ਵਾਹਵਾ ਚਿਰ ਹੋ ਗਿਆ ਤੁਹਾਨੂੰ ਇਹ ਹੱਟ ਚਲਾਉਂਦਿਆਂ ਹੋਇਆਂ। ਮਹਾਰਾਜ ਕਹਿੰਦੇ ਜਿੰਨੀ ਆਮਦਨ ਉਹਨਾਂ ਖਰਚਾ ਹੋ ਜਾਂਦਾ ਪਿਤਾ ਜੀ, ਇੱਕ ਵੀ ਕੌਡੀ ਨਹੀਂ ਅਜੇ ਇਕੱਠੀ ਕੀਤੀ। ਤੇ ਉਹ ਸੁਣਦਿਆਂ ਸਾਰੀ ਫਿਰ ਬਾਬਾ ਕਾਲੂ ਜੀ ਨੂੰ ਗੁੱਸਾ ਚੜ ਗਿਆ। ਤੇ ਜਿਹੜਾ ਪਿਆਰ ਕਰ ਰਹੇ ਸੀ ਨਾ ਮੋਹ ਕਰਕੇ, ਉਹ ਤਾਂ ਕਹਿੰਦੇ ਕਿ ਕੱਖਾਂ ਦੇ ਪੁਲ ਦੀ ਤਰ੍ਹਾਂ ਹੀ ਤ੍ਰਿਸ਼ਨਾ ਦੀ ਲਹਿਰਾਂ ਦੇ ਅੰਦਰ ਰੁੜ ਗਿਆ ਸਾਰਾ ਹੀ ਉਹ ਪਿਆਰ। ਇੱਕ ਹੀ ਬਾਰ ਬਹਾਏ ਸੋ। ਇੱਕੋ ਵਾਰ ਹੀ ਵਹਿ ਗਿਆ ਸਾਰਾ ਹੀ। ਰਹਾ ਨਾ ਕਛ ਮਨ ਮਾਹੇ। ਕੋਈ ਵੀ ਮਨ ਦੇ ਅੰਦਰ ਮੋਹ ਨਹੀਂ ਤੇ ਸਮੇਂ ਰਿਹਾ ਬਾਬਾ ਕਾਲੂ ਜੀ ਦੇ। ਸਵਈਆ ਸੁਨ ਸਰੋਨਨ ਮੈਂ ਮਨ ਰੋਸ ਕਨਹੋ। ਸੁਣ ਕਰਕੇ ਨਾ ਕੰਨਾਂ ਵਿੱਚ ਸ੍ਰੀ ਗੁਰੂ ਜੀ ਦੇ ਬਚਨਾਂ ਨੂੰ ਮਨ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਆ ਗਿਆ ਬਾਬਾ ਕਾਲੂ ਜੀ ਨੂੰ। ਮੁਖ ਬੈਨ ਭਨੇ ਧਨ ਰਾਖਨ ਹੇਤੂ। ਤੇ ਮੁਖ ਤੋਂ ਬੋਲ ਕਹਿਣ ਲੱਗੇ ਧਨ ਦੇ ਇਕੱਠਿਆਂ ਕਰਨ ਵਾਸਤੇ, ਧਨ ਨੂੰ ਰੱਖਣ ਵਾਸਤੇ। ਜਬ ਕੋ ਜਨਮਿਓ ਨਾ ਦਇਓ ਸੁਖ ਤੈਂ। ਮਹਾਰਾਜ ਜੀ ਨੂੰ ਕਹਿੰਦੇ ਆ ਜਦੋਂ ਦਾ ਜਨਮ ਲਿਆ ਉਦੋਂ ਦਾ ਸੁਖ ਨਹੀਂ ਤੁਸਾਂ ਮੈਨੂੰ ਦੇਣਾ ਕੀਤਾ। ਨਿਤ ਬਾਦ ਗਵਾਏ ਬਿਤੰ ਦੁਖ ਦੇ ਤੂ। ਤੇ ਨਿਤਾ ਪ੍ਰਤੀ ਬਾਦ ਵਿਅਰਥੀ ਧਨ ਗਵਾ ਕੇ ਮੈਨੂੰ ਦੁੱਖ ਹੀ ਦਿੱਤਾ ਏ। ਇੱਕ ਹੋਤ ਸਪੂਤ ਕਮਾਵਤ ਹੈ ਧਨ। ਇੱਕ ਕਿਆ ਸੋਹਣੇ ਸਪੁੱਤਰ ਹੁੰਦੇ ਐ ਤੇ ਧਨ ਕਮਾ ਕਰਕੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਸੁਖ ਦਿੰਦੇ ਆ। ਪਾਵਤ ਸੋ ਜਸ ਆਨਨ ਕੇਤੂ। ਤੇ ਭਾਰੀ ਜਸ ਆਪਣੇ ਘਰ ਵਿੱਚ ਆ ਕਰਕੇ ਪਾਉਂਦੇ ਆ। ਸੁਧ ਮੂਲ ਨਾ ਭੂਲ ਕਰੀ ਕਬਹੂ। ਕਹਿੰਦੇ ਨੇ ਕਦੇ ਵੀ ਭੁੱਲ ਕੇ ਵੀ ਸਮਝ ਨਹੀਂ ਕਰਨਾ ਕੀਤੀ ਤੁਸੀਂ ਧਨ ਦੇ ਇਕੱਠਿਆਂ ਕਰਨ ਦੀ। ਮੁਝ ਤੇ ਪ੍ਰਤਕੂਲ ਰਹਿਓ ਅਨਚੇਤੂ। ਤੇ ਸਦਾ ਹੀ ਅਚੇਤ ਰਹੇ ਆ ਧਨ ਵੱਲੋਂ ਤੇ ਮੇਰੇ ਤੋਂ ਸਦਾ ਹੀ ਉਲਟ ਚੱਲੇ ਹੋ।
ਕਾਲ ਵਿਸਾਲ ਬਿਤਿਓ ਕ੍ਰਿਤ ਮੋਦੀ ਮੈਂ। ਮੋਦੀ ਦੀ ਕਿਰਤ ਕਰਦਿਆਂ ਹੱਟ ਚਲਾਉਂਦਿਆਂ ਹੋਇਆਂ ਬਹੁਤ ਜ਼ਿਆਦਾ ਸਮਾਂ ਬਤੀਤ ਕੀਤਾ ਏ। ਏਕ ਵਿਰਾਟ ਕਾ ਭੀ ਨਾ ਖਟਾਈ। ਇਹ ਇੱਕ ਵੀ ਕੌਡੀ ਅਜੇ ਤੱਕ ਇੱਥੋਂ ਨਹੀਂ ਕਮਾਈ ਕੀਤੀ। ਮੋਸੋ ਕੀਓ ਬਹੁ ਰੋਸ ਤਬੈ। ਤੇ ਭਾਈ ਬਾਲਾ ਜੀ ਕਹਿੰਦੇ ਮੇਰੇ ਤਾਈਂ ਵੀ ਬੜਾ ਗੁੱਸਾ ਫਿਰ ਬਾਬਾ ਕਾਲੂ ਜੀ ਨੇ ਉਸ ਸਮੇਂ ਕਰਨਾ ਕੀਤਾ। ਢਿੱਗ ਤੂੰ ਹੀ ਰਹਿ ਧਨ ਦੀਨ ਗਵਾਈ। ਕਿ ਭਾਈ ਬਾਲਾ ਤੂੰ ਹੀ ਕੋਲ ਰਹਿਣਾ, ਸਾਰਾ ਧਨ ਵੇਖ ਗਵਾ ਦਿੱਤਾ ਏ। ਬਾਰਜ ਲੋਚਨ ਬੰਕ ਬਿਲੋਕ। ਤੇ ਜਦੋਂ ਫਿਰ ਮੇਰੇ ਤਾਈਂ ਗੁੱਸਾ ਕਰਕੇ ਕਹਿਣ ਲੱਗੇ ਨਾ ਕਿ ਭਾਈ ਬਾਲਾ ਤੂੰ ਹੀ ਕੋਲ ਰਹਿਣਾ ਤੇ ਧਨ ਸਾਰਾ ਗਵਾ ਦਿੱਤਾ ਹੈ, ਕਹਿੰਦੇ ਉਸ ਸਮੇਂ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰੇ ਵੱਲ ਵੇਖਣਾ ਕੀਤਾ। ਮੁਝੇ ਵਰਜਾ ਨਿਜ ਪਹੁ ਦਿਖਾਈ। ਤੇ ਮਹਾਰਾਜ ਨੇ ਮੈਨੂੰ ਆਪਣੇ ਭਰਵੱਟਿਆਂ ਦਾ ਇਸ਼ਾਰਾ ਕਰਕੇ ਨਾ ਤੇ ਵਰਜ ਦਿੱਤਾ ਕਿ ਕੁਝ ਬੋਲੀ ਨਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰੇ ਨਾਲ ਹੀ ਕਹਿ ਦਿੱਤਾ ਕਿ ਕਿਸੇ ਪ੍ਰਕਾਰ ਕੁਝ ਬੋਲਣਾ ਨਾ ਕਰੀ। ਖੀਜ ਰਜੈ ਦੁਰ ਬੈਨ ਭਨੈ ਬਹੁ। ਖਿਜ ਕਰਕੇ ਬਾਬਾ ਕਾਲੂ ਜੀ ਨੇ ਹਿਰਦੇ ਵਿੱਚ ਬਹੁਤ ਜ਼ਿਆਦਾ ਖੋਟੇ ਬੋਲ ਕਹਿਣਾ ਕੀਤੇ। ਦੂਸ਼ਣ ਹੋਏ ਰਹੇ ਜਗ ਸਾਈ। ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੁੱਪ ਧਾਰ ਲਈ ਮਹਾਰਾਜ ਚੁੱਪ ਹੀ ਰਹੇ, ਕੋਈ ਬਚਨ ਨਹੀਂ ਕੀਤਾ। ਦੋਹਰਾ ਜੋ ਖੋਇਓ ਮਮ ਧਾਮ ਤੇ। ਮਹਾਰਾਜ ਦੇ ਪਿਤਾ ਜੀ ਕਹਿੰਦੇ ਜੋ ਕੁਝ ਗਵਾਇਆ ਮੇਰੇ ਘਰੋਂ ਤੁਸੀਂ ਪਹਿਲਾਂ ਨੁਕਸਾਨ ਕੀਤਾ ਏ। ਦੇਵੋ ਅਬਹਿ ਕਮਾਏ। ਉਹ ਮੈਨੂੰ ਹੁਣੇ ਕਮਾ ਕੇ ਦੇਣਾ ਕਰੋ। ਹਾਂ ਆਇਓ ਲੇਵਨ ਕਛੂ। ਮੈਂ ਆਇਆ ਕੁਝ ਲੈਣ ਵਾਸਤੇ ਉੱਥੋਂ ਤਲਵੰਡੀ ਤੋਂ ਚੱਲ ਕਰਕੇ। ਦੀਨੋ ਸਭੇ ਗਵਾਏ। ਤੁਸੀਂ ਸਾਰਾ ਕੁਝ ਹੀ ਗਵਾ ਛੱਡਿਆ, ਕੋਈ ਵੀ ਧਨ ਇਕੱਠਾ ਨਹੀਂ ਕੀਤਾ। ਬੈਸ ਤੁਰਨ ਇਸ ਕੀ ਭਈ। ਇਹ ਮਹਾਰਾਜ ਵੱਲ ਇਸ਼ਾਰਾ ਕਰਦੇ ਹੋਏ ਬਾਬਾ ਕਾਲੂ ਜੀ ਕਹਿੰਦੇ ਐ ਵੇਖੋ ਜਵਾਨੀ ਦੀ ਉਮਰ ਹੋ ਗਈ ਹੈ, ਸਮਝ ਨਾ ਆਈ ਕੋਈ ਅਜੇ ਤੱਕ ਸਮਝ ਨਹੀਂ ਆਈ ਧਨ ਦੇ ਕਮਾਉਣ ਦੀ। ਪਾਛਲ ਜੈਸੀ ਮਤ ਰਹੀ, ਪਹਿਲਾਂ ਵਰਗੀ ਮਤ ਜਿਹੜੀ ਆ ਉਹ ਉਸੇ ਤਰ੍ਹਾਂ ਹੀ ਰਹੀ ਹੈ। ਹਾਨ ਲਾਭ ਸਮ ਦੋਏ, ਕੀ ਹਾਨੀ ਹੈ ਕੀ ਲਾਭ ਹੈ ਉਹ ਬਰਾਬਰ ਹੀ ਸਮਝਿਆ ਹੋਇਆ, ਹਾਨ ਲਾਭ ਨੂੰ ਇੱਕੋ ਜਿਹਾ। ਸਵਈਆ ਧਾਮ ਕੋ ਨਾਹਿ ਸੰਦੇਹ ਕੋ, ਕੋਈ ਘਰ ਦਾ ਕੋਈ ਸੰਦੇਹ ਹੀ ਨਹੀਂ ਮਨ ਦੇ ਅੰਦਰ, ਕਿਸੇ ਪ੍ਰਕਾਰ ਕੋਈ ਫਿਕਰ ਹੀ ਨਹੀਂ ਕਰਦਾ ਇਹਨਾਂ ਨੂੰ। ਧਨ ਖੋਵਤ ਖਾਵਤ ਏਕ ਸੀ ਜੋਰੀ। ਬਾਬਾ ਕਾਲੂ ਜੀ ਕਹਿੰਦੇ ਇੱਕੋ ਜੀ ਜੋੜੀ ਹੈ ਭਾਈ ਬਾਲਾ ਤੇਰੀ ਤੇ ਇਹਨਾਂ ਦੀ। ਧਨ ਕਿਹੜਾ ਹੈ ਇਸ ਪ੍ਰਕਾਰ ਕਮਾਉਂਦੇ ਹੋ ਤੇ ਖਾ ਛੱਡਦੇ ਹੋ, ਇੱਕੋ ਜੀ ਤੁਹਾਡੀ ਜੋੜੀ ਹੈ ਦੋਵਾਂ ਦੀ। ਦੂਜੋ ਜੇ ਹੋਤ ਭਲੋ ਸਮਝਾਵਤ, ਜੇ ਦੂਜਾ ਹੀ ਭਲਾ ਹੋਵੇ ਤਾਂ ਉਹ ਹੀ ਸਮਝਾ ਦੇਣਾ ਕਰੇ। ਹੈ ਨਾ ਗਮੀ ਧਨ ਕੀ ਮਨ ਥੋਰੀ, ਤੇ ਕੋਈ ਤੁਹਾਡੇ ਅੰਦਰ ਥੋੜੀ ਜਿੰਨੀ ਵੀ ਗਮੀ ਨਹੀਂ ਧਨ ਦੇ ਗਵਾਉਣ ਦੀ। ਜੇ ਭਾਈ ਬਾਲਾ ਤੂੰ ਹੀ ਚੰਗਾ ਹੋਵੇਂ ਤੇ ਸਮਝਾਵੇਂ ਨਾ, ਤੂੰ ਵੀ ਨਾਲ ਹੀ ਖਾ ਪੀ ਉਜਾੜ ਛੱਡਦਾ ਹੈ, ਤਾਂ ਤੁਹਾਡੀ ਇੱਕੋ ਜੀ ਜੋੜੀ ਤੁਸੀਂ ਰਲੇ ਹੋ। ਇਉਂ ਬਾਬਾ ਕਾਲੂ ਜੀ ਕਹਿੰਦੇ ਥੋੜੀ ਜਿੰਨੀ ਵੀ ਤੁਹਾਡੇ ਮਨ ਦੇ ਅੰਦਰ ਗਮੀ ਨਹੀਂ, ਕੋਈ ਚਿੰਤਾ ਨਹੀਂ ਹੈ ਧਨ ਦੇ ਇਕੱਠਿਆਂ ਕਰਨ ਦੀ, ਗਵਾ ਛੱਡਿਆ ਸਭ ਕੁਝ ਹੀ। ਜੋ ਮਤਵਾਨ ਹੁਤੋ ਕਉ ਮਾਨਵ, ਜੇ ਕੋਈ ਸਿਆਣਾ ਮਨੁੱਖ ਹੁੰਦਾ ਤਾਂ ਕਾਰ ਇਸੇ ਮਹਿ ਲੈ ਧਨ ਜੋਰੀ, ਉਹ ਇਸੇ ਕੰਮ ਵਿੱਚ ਹੀ ਬਹੁਤ ਸਾਰਾ ਧਨ ਉਸਨੇ ਜੋੜ ਲੈਣਾ ਸੀ। ਜੇ ਕੋਈ ਸਿਆਣਾ ਪੁਰਖ ਹੋਵੇ ਨਾ ਤੇ ਉਹ ਹੱਟ ਦੇ ਕੰਮ 'ਚ ਹੀ ਬਹੁਤ ਜ਼ਿਆਦਾ ਧਨ ਜਿਹੜਾ ਉਹ ਜੋੜ ਸਕਦਾ ਸੀਗਾ। ਹੋਏ ਵਿਆਹ ਹੈ ਤਾਂ ਕਿਆ ਖਰਚਾ ਤਬ, ਜਦੋਂ ਹੋਵੇਗਾ ਤੁਹਾਡਾ ਵਿਆਹ, ਸ੍ਰੀ ਗੁਰੂ ਜੀ ਨੂੰ ਮਹਾਰਾਜ ਦੇ ਪਿਤਾ ਜੀ ਕਹਿੰਦੇ ਉਦੋਂ ਫਿਰ ਕੀ ਖਰਚੋਗੇ। ਚਾਹੇਗਾ ਆਪ ਕਮਾਈ ਜੋ ਮੋਰੀ, ਤੇ ਜਿਹੜੀ ਮੈਂ ਕਮਾਈ ਕੀਤੀ ਹੈ ਫਿਰ ਉਸੇ ਨੂੰ ਹੀ ਚਾਹੋਗੇ ਨਾ, ਫਿਰ ਉਹੋ ਹੀ ਮੇਰੇ ਕੋਲੋਂ ਪ੍ਰਾਪਤ ਕਰਨ ਦੀ ਇੱਛਾ ਕਰੋਗੇ। ਹੇ ਸੁਤ ਬੈਸ ਜੁਵਾ ਤਬ ਭੀ, ਹੇ ਪੁੱਤਰ ਫਿਰ ਚਿੰਤਾ ਨਾਲ ਕਹਿੰਦੇ ਐ ਬਾਬਾ ਕਾਲੂ ਜੀ ਕਿ ਤੁਹਾਡੀ ਉਮਰ ਜਵਾਨ ਹੋ ਗਈ ਹੈ। ਅਬ ਛੋਰ ਫਜੂਲੀ ਕੋ ਹੋ ਸੁਨਾਇਆ, ਹਾਂਜੀ ਅਬ ਛੋਰ ਫਜੂਲੀ ਕੋ ਹੋ ਸੁਨਾਇਆ, ਅਬ ਛੋਰ ਫਜੂਲੀ ਕੋ ਹੋ ਸਿਆਣਾ। ਫਜੂਲ ਖਰਚੇ ਨੂੰ ਛੱਡ ਕਰਕੇ ਤੇ ਹੁਣ ਸਿਆਣੇ ਜਿਹੜਾ ਉਹ ਬਣਨਾ ਕਰੋ। ਪਾਛਲ ਰੀਤ ਤੇ ਹਵੈ ਵਿਪਰੀਤ, ਜਿਹੜੀਆਂ ਪਿਛਲੀਆਂ ਆਦਤਾਂ ਉਹਦੇ ਤੋਂ ਵਿਪਰੀਤ ਭਾਵ ਹੁਣ ਉਲਟ ਹੋਣਾ ਕਰੋ, ਭਾਵ ਪਿਛਲੀਆਂ ਜਿਹੜੀਆਂ ਆਦਤਾਂ ਉਹ ਛੱਡਣਾ ਕਰੋ। ਕਰੋ ਧਨ ਸੰਚਨ ਜਿਉ ਮਤਵਾਨਾ, ਜਿਵੇਂ ਸਿਆਣਾ ਹੁੰਦਾ ਨਾ ਕੋਈ ਮਤ ਵਾਲਾ,
ਉਸ ਤਰ੍ਹਾਂ ਧਨ ਜਿਹੜਾ ਇਕੱਠਾ ਕਰਨਾ ਕਰੋ। ਜੇ ਮੁਝ ਦੇਨੇ ਕੋ ਨਾਹੀ ਚਾਹੋ ਮਨ, ਜੇ ਤੁਹਾਡੇ ਮਨ ਵਿੱਚ ਨਹੀਂ ਹੈ ਇੱਛਾ ਮੈਨੂੰ ਧਨ ਦੇਣ ਦੀ, ਪੂੰਜੀ ਨਿਰਾਲੀ ਰੱਖੋ ਨਿਜ ਥਾਨਾ, ਆਪਣੀ ਪੂੰਜੀ ਧਨ ਜਿਹੜਾ ਵੱਖਰਾ ਜਿਹੜਾ ਹੈ ਉਹ ਰੱਖ ਲੈਣਾ ਕਰੋ। ਹੈ ਘਰ ਕਾਰਜ ਨਾਨਾ ਪ੍ਰਕਾਰ ਕੇ, ਕਿਉਂਕਿ ਜਿਹੜੇ ਘਰ ਦੇ ਕੰਮ ਹੁੰਦੇ ਆ ਉਹ ਨਾਨਾ ਪ੍ਰਕਾਰ ਦੇ ਕਈ ਤਰ੍ਹਾਂ ਦੇ ਹੁੰਦੇ ਆ। ਕਿਉ ਨਿਭੈ ਧਨਹੀਨ ਜੇ ਪਾਨਾ, ਜੇ ਧਨ ਤੋਂ ਹੀਣਾ ਹੋਵੇ, ਹੱਥ ਵਿੱਚ ਧਨ ਨਾ ਹੋਵੇ, ਖਾਲੀ ਹੋਣ ਹੱਥ, ਤਾਂ ਕਿਵੇਂ ਉਹ ਕੰਮ ਘਰ ਦੇ ਨਿਭ ਸਕਦੇ ਆ? ਨਹੀਂ ਹੋ ਸਕਦੇ। ਦੋਹਰਾ ਧਨ ਸੰਚਨ ਕੇ ਅਨਕ ਗੁਣ, ਧਨ ਦੇ ਇਕੱਠਿਆਂ ਕਰਨ ਦੇ ਬੜੇ ਹੀ ਲਾਭ ਜਿਹੜੇ ਆ ਉਹ ਬਾਬਾ ਕਾਲੂ ਜੀ ਵਰਣਨ ਕਰੇ ਸੁਨਾਏ। ਉਹ ਸੁਣਾ ਕੇ ਮਹਾਰਾਜ ਜੀ ਨੂੰ ਵਰਣਨ ਬਹੁਤ ਕੀਤੇ ਆ ਕਿ ਧਨ ਦੇ ਖੱਟਣ ਦੇ ਕਿੰਨੇ ਕਿੰਨੇ ਫਾਇਦੇ ਹੁੰਦੇ ਆ, ਕੀ ਲਾਭ ਹੁੰਦੇ ਆ, ਉਹ ਸਾਰੇ ਮਹਾਰਾਜ ਜੀ ਨੂੰ ਦੱਸੇ ਨੇ। ਬਹੁ ਵਿਦ ਬੁੱਧ ਸਮਝਾਵਈ, ਬਹੁਤ ਤਰੀਕੇ ਨਾਲ ਜਿਹੜਾ ਹੈ ਮਹਾਰਾਜ ਨੂੰ ਬੁੱਧੀ ਦਿੰਦੇ ਆ, ਸਮਝਾਉਣ ਦਾ ਯਤਨ ਕਰਦੇ ਆ। ਰੋਸ ਨੇਹ ਮਨ ਲਿਆਏ, ਬਹੁਤ ਜ਼ਿਆਦਾ ਰੋਸ ਗੁੱਸਾ ਵੀ ਤੇ ਸਨੇਹ ਪ੍ਰੇਮ ਵੀ ਮਨ ਵਿੱਚ ਲਿਆ ਕਰਕੇ। ਸੋਰਠਾ ਬਹੁਰ ਦਿਲਾਸਾ ਦੀਨ ਕਰ, ਬਹੁਰੋ ਫਿਰ ਇਉਂ ਦਿਲਾਸਾ ਦੇਣਾ ਕੀਤਾ। ਦੁਲਾਰ ਨਿਜ ਤਨੁਜ ਸੋ, ਤੇ ਆਪਣੇ ਪੁੱਤਰ ਨੂੰ ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਫੇਰਦਿਆਂ ਹੋਇਆਂ ਬਹੁਰੋਂ ਇਉਂ ਬਾਬਾ ਕਾਲੂ ਜੀ ਨੇ ਦਿਲਾਸਾ ਦਿੱਤਾ। ਧਾਮ ਪਿਆਨਾ ਕੀਨ, ਫਿਰ ਜਿਹੜਾ ਅਸੀਂ ਘਰ ਨੂੰ ਚੱਲਣਾ ਕੀਤਾ। ਜਹਾਂ ਹੁਤੋ ਜੈ ਰਾਮ ਕੋ, ਜਿੱਥੇ ਜੈ ਰਾਮ ਜੀ ਦਾ ਘਰ ਵੈ, ਭਾਵ ਉਧਰ ਨੂੰ ਫਿਰ ਬੇਬੇ ਨਾਨਕੀ ਜੀ ਨੂੰ ਮਿਲਣ ਵਾਸਤੇ ਬਾਬਾ ਕਾਲੂ ਜੀ ਚੱਲ ਪਏ ਐ। ਇੱਥੇ ਪ੍ਰਸੰਗ ਦੀ ਸੰਪੂਰਨਤਾ ਹੋਈ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਆਏ ਮਿਲਣ ਵਾਸਤੇ। ਬੜੀ ਭਾਰੀ ਉਸਤਤ ਸੁਣ ਕੇ ਜਦੋਂ ਪਤਾ ਲੱਗਾ ਸ੍ਰੀ ਗੁਰੂ ਜੀ ਨੇ ਦੱਸਿਆ ਕਿ ਇੱਕ ਵੀ ਕੌਡੀ ਨਹੀਂ ਅਜੇ ਇਕੱਠੀ ਹੋਈ, ਬੜਾ ਮਨ ਨਿਰਾਸ਼ ਹੋਇਆ। ਸਾਰਾ ਜਿਹੜਾ ਮੋਹ ਕਰ ਰਹੇ ਸੀ ਉਹ ਝੱਟ ਹੀ ਟੁੱਟ ਗਿਆ। ਤੇ ਉਹ ਫਿਰ ਧਨ ਦੇ ਇਕੱਠੇ ਕਰਨ ਦੀ ਸਾਰੀਆਂ ਸਿੱਖਿਆਵਾਂ ਸਮਝਾ ਕਰਕੇ ਉੱਠ ਕੇ ਘਰ ਨੂੰ ਚੱਲੇ ਐ। ਅੱਗੇ ਜਿਵੇਂ ਇਤਿਹਾਸ ਆਵੇਗਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਬਹੁਰ ਦਿਲਾਸਾ ਦੀਨ ਕਰ, ਦੁਲਾਰ ਨਿਜ ਤਨੁਜ ਸੋ, ਧਾਮ ਪਿਆਨਾ ਕੀਨ, ਜਹਾਂ ਹੁਤੋ ਜੈ ਰਾਮ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਬੇਕ, ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੈ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।